ਸਨਮਾਨਯੋਗ ਗੁਰੂ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਵਿਸ਼ੇਗਾਲੇ ਵੱਲੋਂ ਚੱਲ ਰਹੀ ਗੁਰਮਤਿ ਕਲਾਸ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ। ਹਰ ਸ਼ੁੱਕਰਵਾਰ ਦੀ ਤਰ੍ਹਾਂ ਸਾਡਾ ਅੱਜ ਦਾ ਵਿਸ਼ਾ ਸ਼ਬਦ ਵਿਚਾਰ ਦਾ ਹੈ। ਭਗਤ ਬਾਣੀ ਵਿੱਚੋਂ ਸ਼ਬਦਾਂ ਦੀ ਵਿਚਾਰ ਚੱਲ ਰਹੀ ਹੈ ਔਰ ਭਗਤ ਕਬੀਰ ਜੀ ਦਾ ਸ਼ਬਦ ਕੀਓ ਸ਼ਿੰਗਾਰ ਮਿਲਨ ਕੇ ਤਾਈ, ਹਰ ਨਾ ਮਿਲੇ ਜਗ ਜੀਵਨ ਗੁਸਾਈ, ਹਰ ਮੇਰੋ ਪਿਰ ਹੋ ਹਰ ਕੀ ਬਹੁੜੀਆ, ਰਾਮ ਵੱਡੇ ਮੈਂ ਤਨ ਕੇ ਲੱਗ ਗਿਆ। ਇਹ ਸ਼ਬਦ ਦੀ ਵਿਚਾਰ ਅੱਜ ਵੀਰ ਕੁਲਵੰਤ ਸਿੰਘ ਜੀ ਸਾਡੇ ਨਾਲ ਸਾਂਝੀ ਕਰ ਰਹੇ ਹਨ। ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਅੱਜ ਦੀ ਵਿਚਾਰ ਸ਼ੁਰੂ ਕਰਨ। ਵੀਰ ਕੁਲਵੰਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਕਿਉ ਬੁਲਾਵੈਂ ਤਿਉ ਬੋਲੈ ਸੁਆਮੀ, ਕੁਦਰਤ ਕਵਣ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਅੰਦਰ ਸੱਚਾ ਨੇ ਲਾਇਆ ਪ੍ਰੀਤਮ ਆਪਣੇ, ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ। ਵਾਹਿਗੁਰੂ ਸਾਹਿਬ ਜੀ। ਆਸਾ ਇਪਦਾ ਇਕ ਤੁਕਾ, ਕੀਓ ਸ਼ਿੰਗਾਰ ਮਿਲਣ ਕੈ ਤਾਈ, ਹਰ ਨਾ ਮਿਲੇ ਜਗ ਜੀਵਨ ਗੁਸਾਈ। ਹਰ ਮੇਰੋ ਪਿਰ ਹੋ ਹਰ ਕੀ ਬਹੁਰੀਆ, ਰਾਮ ਬੜੇ ਮੈਂ ਤਨਕ ਲਹੋਰੀਆ। ਰਹਾਉ ਤਨ ਪਿਰ ਏਕੈ ਸੰਗ ਬਸੇਰਾ, ਤੇਜ ਏਕ ਪੈ ਮਿਲਨ ਦੁਹੇਰਾ। ਧਨ ਸੁਹਾਗਣ ਜੋ ਪਿਯ ਪਾਵੈ, ਕਹਿ ਕਬੀਰ ਫਿਰ ਜਨਮ ਨ ਆਵੈ। ਧਨ ਸੁਹਾਗਣ ਜੋ ਪਿਯ ਪਾਵੈ, ਕਹਿ ਕਬੀਰ ਫਿਰ ਜਨਮ ਨ ਆਵੈ। ਪਰਮ ਸਨਮਾਨਯੋਗ ਕਲਾਸ ਵਿੱਚ ਜੁੜ ਬੈਠੇ ਗੁਰੂ ਪਿਆਰਿਓ, ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਸਦਕਾ ਜੀਵਨ ਦਾ ਕੁਝ ਸਮਾਂ ਇਸ ਗੁਰਮਤਿ ਕਲਾਸ ਵਿੱਚ ਜੁੜ ਬੈਠ ਕੇ ਅੰਮ੍ਰਿਤ ਬਾਣੀ ਤੋਂ ਸੇਧ ਪ੍ਰਾਪਤ ਕਰਕੇ ਗੁਰਮਤਿ ਵਿਚਾਰਾਂ ਦੀ ਸਾਂਝ ਲਈ ਇਕੱਤਰ ਹੋ ਦਾ ਸੁਭਾਗਾ ਸਮਾਂ ਸਾਨੂੰ ਸਾਰਿਆਂ ਨੂੰ ਪ੍ਰਮਾਤਮਾ ਨੇ ਬਖਸ਼ਿਸ਼ ਕੀਤਾ ਹੈ। ਅੱਜ ਦੇ ਇਸ ਪਾਵਨ ਸ਼ਬਦ ਦੀ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰਾਂ ਦੀ ਪਾਵਨ ਬਖਸ਼ਿਸ਼ ਗੁਰਫਤਿਹ ਨਾਲ ਸਾਂਝ ਪਾਈਏ ਜੀ, ਅਤੇ ਅੱਜ ਦੇ ਸ਼ਬਦ ਵਿਚਾਰ ਦੀ ਆਰੰਭਤਾ ਕਰਦੇ ਹਾਂ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪਾਵਨ ਸ਼ਬਦ ਪੰਨਾ 483 ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਬਿਰਾਜਮਾਨ ਹੈ, ਸੁਸ਼ੋਭਤ ਹੈ। ਇਹ ਸ਼ਬਦ ਭਗਤ ਬਾਣੀ ਵਿੱਚ ਆਸਾ ਰਾਗ ਵਿੱਚੋਂ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਹੈ। ਸ਼ਬਦ ਦਾ ਸਰਲੇਖ ਹੈ ਆਸਾ ਇਪਦਾ ਇਕ ਤੁਕਾ, ਜਿਸ ਤੋਂ ਭਾਵ ਹੈ ਆਸਾ ਰਾਗ ਹੈ ਤੇ ਪਦਾ ਤਿੰਨਾਂ ਪਦਾਂ ਵਾਲਾ ਇਹ ਸ਼ਬਦ ਹੈ ਅਤੇ ਹਰ ਪਦ ਇੱਕ ਇੱਕ ਤੁਕ ਦਾ ਹੈ। ਸਤਿਗੁਰੂ ਜੀ ਨੇ ਗੁਰਬਾਣੀ ਦੀ ਸੰਪਾਦਨਾ ਕਰਨ ਦੇ ਸਮੇਂ
ਜਿੱਥੇ ਗੁਰਬਾਣੀ ਨੂੰ ਰਾਗਾਂ ਵਿੱਚ ਅੰਕਿਤ ਕੀਤਾ ਹੈ, ਉੱਥੇ ਗੁਰਬਾਣੀ ਸ਼ੈਲੀ ਅਨੁਸਾਰ ਗੁਰਮਤਿ ਦੀ ਵਿਚਾਰ ਸਾਂਝ ਕਰਨ ਤੋਂ ਦਾ ਇੱਕ ਬੜਾ ਸੁੰਦਰ ਢੰਗ ਇਹ ਸ਼ਬਦ ਦਾ ਕੇਂਦਰੀ ਭਾਵ ਰਹਾਉ ਦੇ ਬੰਦ ਵਿੱਚ ਦਰਜ ਕੀਤਾ ਹੈ। ਅੱਜ ਦੇ ਸ਼ਬਦ ਦਾ ਜੋ ਰਹਾਉ ਦਾ ਬੰਦ ਹੈ, ਹਰ ਮੇਰੋ ਪਿਰ ਹੋਂ ਹਰ ਕੀ ਬਹੁਰੀਆ, ਰਾਮ ਬੜੇ ਮੈਂ ਤਨਕ ਲਹੋਰੀਆ ਰਹਾਉ, ਇਹ ਇਸ ਸ਼ਬਦ ਦਾ ਕੇਂਦਰੀ ਭਾਵ ਹੈ। ਬਹੁਰੀਆ ਦਾ ਅਰਥ ਹੈ ਪਤਨੀ, ਵਹੁਟੀ, ਇਸਤਰੀ ਜਾਂ ਬਹੂ। ਇੱਥੇ ਇਸ ਬਹੁਰੀਆ ਦਾ ਅਰਥ ਪਤਨੀ ਜਾਂ ਵਹੁਟੀ ਤੋਂ ਲਿਆ ਗਿਆ ਹੈ। ਹਰ ਮੇਰੋ ਪਿਰ, ਪਿਰ ਦਾ ਅਰਥ ਹੈ ਪਤੀ, ਬਹੁਰੀਆ ਦਾ ਅਰਥ ਹੈ ਪਤਨੀ। ਹਰ ਮੇਰੋ ਪਿਰ ਹੋਂ ਹਰ ਕੀ ਬਹੁਰੀਆ, ਲਫ਼ਜ਼ੀ ਅਰਥ ਨੇ परमात्मा मेरा पति है, हों मैं हर की बहुरीया, मैं हरि परमात्मा दी उस वाहिगुरु दी पत्नी हाँ। राम बड़े मैं तनक लाहौरीया, वो परमात्मा जी वो वाहिगुरु जी बहुत वड्डे ने, बड़े महान ने, बड़े गुणों के मालिक ने, पर उन्होंने सामने मैं तनक, तनक का अर्थ है छोटी जी, निकड़ी जी, मैं निक्की जी लाहौरीया, मैं निक्की जी की जिंद हाँ, एक लड़की हाँ जो अपने मालिक नूं मिलना चाहती हाँ। भगत कबीर जी अज दे शब्द राही पति पत्नी का एक संकेत वरत के मनुख का जीवन मनोरथ उस परमात्मा नूं मिलण का बयान कर रहे हैं। भगत कबीर जी ने अते गुरु साहबान ने गुरबाणी के अंदर उस परमात्मा नूं अनेकां रिश्तियां राही प्रगट किया है। आओ जी, सत श्री अकाल। सीधे सीधे रहो करो, मां झुकना मना है, झुकना मना है। वाहिगुरु जी, मैं विचार कर रहा सी कि गुरबाणी के अंदर गुरु साहबाना ने अते होर बाणी करतावां ने उस परमात्मा नूं जदों बयान किया, कई रिश्तियां राही उस परमात्मा नूं किते मां, किते पिता, किते मित्र आदिक रिश्तियां राही प्रगट करने का यतन किया है। बहुत सारे शब्दों में उस परमात्मा नूं पति अते इस जिंद नूं, इस शरीर नूं पत्नी के रूप में भी प्रगट किया है। अज दे शब्द विच जिवें भगत कबीर जी हर मेरो पिर हों हर की बहुरीया, राम बड़े मैं तनक लाहौरीया, इस केंद्री भाव राही भगत कबीर जी भी उही सिमली, उही संकेत वरतते हैं कि परमात्मा बहुत वड्डे गुणों का मालिक है, बहुत वड्डे ने, बहुत सत्कारयोग ने, बहुत गुणों के मालिक ने, ते मैं छोटी जी एक लड़की उस परमात्मा नूं किवें भा जावांगी। ये मेरा एक क्वेश्चन है, सवाल है कि मैं उसकी पत्नी हाँ, वो मेरा मालिक है। हर मेरो पिर हों हर की बहुरीया, राम बड़े मैं तनक लाहौरीया। इन्हां शब्दां राही भगत कबीर जी मनुख दे जो जीवन मनोरथ की गल वो सानू समझाउण दा यतन कर रहे हैं। पति पत्नी दुनिया के बहुत सारे रिश्तियां विचों एक बड़ा नेड़ला रिश्ता हुंदा है। पिता पुत्र फिर भावें किसी वेले वख हो जाते हैं, माँ प्यो नालों अलग हो जाते हैं, पर पति पत्नी का साथ ये लास्ट तक निभदा है, जीवन के अंत तक निभदा है। बच्चे भी कई बार अलग हो जाते हैं, पर पति पत्नी का जीवन साथ तोड़ तक निभदा है। हुण इस साथ नूं संकेत वरत के भगत कबीर जी जो सेध बख्शदे ने कि इस पति पत्नी का जो संग है ये किवें पक्का साथ बन जाए। मैं उस परमात्मा नूं मिलना चाहता हाँ, पर वो परमात्मा मेरी समझ विच तो बाहर है। जदों असीं गुरबाणी शैली की वरतों करते हाँ तो उस विच एक दूसरा नुकता भी बड़ा सुंदर है जो गुरु ग्रंथ साहिब जी के मुढ़ले सूत्र विच बयान किया गया है। हर धर्म विच वाहिगुरु का
ਕੋਈ ਨਾ ਕੋਈ ਸੰਕੇਤ ਵਰਤਿਆ ਗਿਆ, ਵਾਹਿਗੁਰੂ ਨੂੰ ਬਿਆਨ ਕੀਤਾ ਗਿਆ। ਕਿਸੇ ਨੇ ਉਸ ਪ੍ਰਮਾਤਮਾ ਨੂੰ ਇੰਜ ਬਿਆਨ ਕੀਤਾ ਹੈ ਕਿ ਉਹ ਸੰਸਾਰ ਦੇ ਭਲੇ ਲਈ ਅਵਤਾਰ ਧਾਰ ਕੇ ਆਉਂਦਾ ਹੈ। ਕੋਈ ਉਸ ਪ੍ਰਮਾਤਮਾ ਨੂੰ ਸੱਤਾ ਆਕਾਸ਼ਾਂ ਤੇ ਸੱਤਾ ਪਾਤਾਲਾਂ ਤੋਂ ਅੱਗੇ ਬੈਠਾ ਵਿਖਾਈ ਦਿੰਦਾ ਹੈ। ਅਨੇਕਾਂ ਤਰੀਕਿਆਂ ਨਾਲ ਉਸ ਪ੍ਰਮਾਤਮਾ ਦਾ ਜ਼ਿਕਰ ਕੀਤਾ, ਪਰ ਗੁਰਮਤ ਦੇ ਅੰਦਰ ਉਹ ਪ੍ਰਮਾਤਮਾ ਜਨਮ ਮਰਨ ਤੋਂ ਰਹਿਤ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਸਭ ਤੋਂ ਪਹਿਲਾਂ ਅਗਰ ਕੋਈ ਸ਼ਬਦ ਆਉਂਦਾ ਹੈ ਤਾਂ ਇਹ ਗੁਰਮੰਤਰ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦਾ ਜੋ ਸਰੂਪ ਹੈ ਉਸ ਦਾ ਉਲੇਖ ਕਰਕੇ ਸਾਰੀ ਗੁਰਬਾਣੀ ਦੇ ਅੰਦਰ ਉਸੇ ਪ੍ਰਮਾਤਮਾ ਦੀ ਵਿਆਖਿਆ ਦਰਜ ਕੀਤੀ ਗਈ ਹੈ। ਉਹ ਪ੍ਰਮਾਤਮਾ ਜੋ ਇੱਕ ਹੈ, ਸਰਵ ਵਿਆਪਕ ਹੈ, ਹਮੇਸ਼ਾ ਰਹਿਣ ਵਾਲਾ ਹੈ, ਉਹ ਸਾਰੇ ਸੰਸਾਰ ਨੂੰ ਕਰਤਾ ਕਰਨ ਵਾਲਾ ਹੈ, ਸਾਰੇ ਸੰਸਾਰ ਨੂੰ ਪੈਦਾ ਕਰਨ ਵਾਲਾ ਹੈ, ਉਹ ਨਿਰਭਉ ਹੈ, ਉਹ ਨਿਰਵੈਰ ਹੈ, ਉਹ ਸਮੇਂ ਦੇ ਪ੍ਰਭਾਵ ਵਿੱਚ ਨਹੀਂ ਹੁੰਦਾ, ਜਨਮ ਮਰਨ ਤੋਂ ਰਹਿਤ ਹੈ। ਉਹ ਪ੍ਰਮਾਤਮਾ ਆਪਣੇ ਆਪ ਤੋਂ ਹੀ ਪ੍ਰਕਾਸ਼ਮਾਨ ਹੈ ਅਤੇ ਐਸੇ ਪ੍ਰਮਾਤਮਾ ਦਾ ਸਾਥ, ਐਸੇ ਪ੍ਰਮਾਤਮਾ ਦੀ ਸੰਗਤ ਮਨੁੱਖ ਨੂੰ ਉਸ ਪ੍ਰਮਾਤਮਾ ਨਾਲ ਜੋੜਦੀ ਹੈ। ਕਿ ਉਹ ਸੰਗਤ, ਉਹ ਸੰਗ ਪ੍ਰਮਾਤਮਾ ਦਾ ਕਿਵੇਂ ਹੋਵੇ, ਉਸ ਦਾ ਉੱਤਰ ਵੀ ਉਸੇ ਮੰਤਰ ਦੇ ਅੰਦਰ, ਉਸੇ ਮੁੱਢਲੇ ਸੂਤਰ ਵਿੱਚ ਬਿਆਨ ਕਰਕੇ ਸਤਿਗੁਰੂ ਜੀ ਨੇ ਸਿੱਖ ਦੀ ਝੋਲੀ ਵਿੱਚ ਪਾ ਦਿੱਤਾ ਹੈ ਕਿ ਉਹ ਪ੍ਰਮਾਤਮਾ ਜੋ ਇੱਕ ਓਂਕਾਰ ਤੋਂ ਲੈ ਕੇ ਸਹਿਭੰਗ ਤੱਕ ਉਹਦੇ ਗੁਣਾਂ ਨੂੰ ਬਿਆਨ ਕੀਤਾ ਹੈ, ਅੰਤਲਾ ਸ਼ਬਦ ਗੁਰ ਪ੍ਰਸਾਦ ਵਰਤ ਕੇ ਇਹਦਾ ਉੱਤਰ ਦਿੱਤਾ ਹੈ ਕਿ ਜੇ ਗੁਰੂ ਦੀ ਕਿਰਪਾ ਹੋ ਗਈ, ਜੇ ਗੁਰੂ ਪਰਮੇਸ਼ਰ ਦੇ ਨਾਲ ਜੋੜਦਾ ਹੈ, ਜੇ ਗੁਰੂ ਦੀ ਕਿਰਪਾ ਹੋ ਜਾਏ ਤਾਂ ਉਸ ਪ੍ਰਮਾਤਮਾ ਨਾਲ ਜੁੜਿਆ ਜਾ ਸਕਦਾ ਹੈ। ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਰਾਹੀਂ ਐਸੇ ਪ੍ਰਮਾਤਮਾ ਦੀ ਸਮਝ ਆਉਂਦੀ ਹੈ। ਇੱਕ ਗੱਲ ਇੱਥੇ ਇਹ ਵੀ ਸਮਝਣ ਵਾਲੀ ਹੈ ਕਿ ਜਿਸ ਪ੍ਰਮਾਤਮਾ ਨੂੰ ਅਨੇਕਾਂ ਨਾਮਾਂ ਨਾਲ ਵਰਣਨ ਕੀਤਾ ਗੁਰਬਾਣੀ ਦੇ ਅੰਦਰ, ਹਰੀ, ਰਾਮ, ਗੋਪਾਲ, ਵਾਸੁਦੇਵ, ਹੋਰ ਅਨੇਕਾਂ ਸ਼ਬਦ ਨੇ, ਅੱਲਾ, ਰਾਮ, ਰਹੀਮ ਆਦਿਕ, ਗੋਪਾਲ ਆਦਿਕ ਸ਼ਬਦਾਂ ਨਾਲ ਹੀ ਉਸ ਪ੍ਰਮਾਤਮਾ ਨੂੰ ਬਿਆਨ ਕੀਤਾ ਹੈ। ਉੱਥੇ ਉਸ ਪ੍ਰਮਾਤਮਾ ਨੂੰ ਮਿਲਣ ਦੇ ਢੰਗ ਦੀ ਗੱਲ ਵੀ ਗੁਰਬਾਣੀ ਦੇ ਅੰਦਰ ਸਿੱਖ ਨੂੰ ਸਮਝਾਉਣ ਦਾ ਯਤਨ ਕੀਤਾ ਸਤਿਗੁਰਾਂ ਨੇ, ਅਤੇ ਉਸੇ ਪ੍ਰਮਾਤਮਾ ਨਾਲ ਮਿਲਣਾ ਹੀ ਸਾਡੇ ਜੀਵਨ ਦਾ ਮਨੋਰਥ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੀ ਕਿਹਾ ਕਿ ਇਹ ਮਨੁੱਖਾ ਜੀਵਨ ਮਿਲਿਆ, ਇਸ ਮਨੁੱਖਾ ਜੀਵਨ ਵਿੱਚ ਅਸੀਂ ਉਸ ਪ੍ਰਮਾਤਮਾ ਨਾਲ ਸਾਂਝ ਪਾਉਣੀ ਹੈ। ਤੇ ਸਾਂਝ ਪਾਉਣ ਦਾ ਤਰੀਕਾ ਕੀ ਹੈ? ਗੁਰੂ ਦੀ ਕਿਰਪਾ ਦੇ ਪਾਤਰ ਬਣਨਾ। ਅਤੇ ਗੁਰੂ ਦੀ ਕਿਰਪਾ ਦੇ ਪਾਤਰ ਬਣਨ ਲਈ ਇਹ ਜ਼ਰੂਰੀ ਹੈ ਕਿ ਅਸੀਂ ਗੁਰੂ ਦੇ ਬਚਨਾਂ ਦੀ ਵਿਚਾਰ ਕਰੀਏ, ਗੁਰੂ ਦੇ ਦੱਸੇ ਮਾਰਗ ਤੇ ਤੁਰਨ ਦਾ ਯਤਨ ਕਰੀਏ। ਜੋ ਗੁਰ ਦੱਸੈ ਵਾਟ ਤੇ ਮਰੀਦ ਬਣ ਕੇ ਉਸ ਰਾਹ ਤੇ ਤੁਰਨ ਦਾ ਯਤਨ ਕਰੀਏ, ਜਿਹੜਾ ਰਾਹ, ਜਿਹੜਾ ਰਸਤਾ ਗੁਰੂ ਸਾਨੂੰ ਬਖਸ਼ਿਸ਼ ਕਰਦਾ ਹੈ। ਤੋ ਬਾਣੀ ਦੀ ਵਿਚਾਰ ਇਸ ਲਈ ਮਹਾਨ ਹੈ, ਅਸੀਂ ਇਸੇ ਲਈ ਕਿਹਾ ਕਿ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ। ਗੁਰਮੁਖ ਹੋ ਕੇ, ਗੁਰੂ ਦੇ ਸਨਮੁਖ ਰਹਿ ਕੇ ਜੇ ਅਸੀਂ ਬਾਣੀ ਦੀ ਵਿਚਾਰ ਕਰਦੇ ਹਾਂ, ਪੜ੍ਹਦੇ ਹਾਂ, ਸੁਣਦੇ ਹਾਂ, ਤਾਂ ਜ਼ਰੂਰੀ ਹੈ ਕਿ ਸਾਨੂੰ ਉਸ ਬਾਣੀ ਦੀ ਵਿਚਾਰ ਵਿੱਚੋਂ ਜੋ ਜੀਵਨ ਜਾਚ ਮਿਲਦੀ ਹੈ, ਜੋ ਜੀਵਨ ਜੀਉਣ ਦਾ ਢੰਗ ਮਿਲਦਾ ਹੈ, ਉਸ ਨੂੰ ਆਪਣੇ ਜੀਵਨ ਢਾਲਣ ਦਾ ਯਤਨ ਕਰੀਏ। ਤਾਂ ਹੀ ਅਸਲ ਵਿੱਚ ਅਸੀਂ ਉਸ ਪ੍ਰਮਾਤਮਾ ਦੇ ਨਾਲ ਸਾਂਝ ਪਾ ਸਕਦੇ ਹਾਂ। ਸ਼ਬਦ ਅਤੇ ਸੁਰਤ, ਇਹ ਜੋ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਸ਼ਬਦ ਗੁਰੂ ਦੇ ਲੜ ਲਗਾਇਆ, ਸ਼ਬਦ ਗੁਰੂ ਸੁਰਤ ਤੋਂ ਚੇਲਾ ਆਖਿਆ, ਇਹ ਤਾਂ ਹੀ ਸਫਲ ਹੋ ਸਕਦਾ ਹੈ ਕਿ ਸਾਡੀ ਸੁਰਤੀ ਸ਼ਬਦ ਰਾਹੀਂ ਉਸ ਪ੍ਰਮਾਤਮਾ ਨਾਲ ਜੁੜ ਜਾਏ, ਤਾਂ ਹੀ ਅਸੀਂ ਗੁਰੂ ਵਾਲੇ ਬਣ ਸਕਦੇ ਹਾਂ। ਤੇ ਭਗਤ ਕਬੀਰ ਜੀ ਨੇ ਇਸੇ ਨੁਕਤੇ ਨੂੰ ਇੱਕ ਹੋਰ ਸ਼ਬਦ ਦੇ ਅੰਦਰ ਵੀ ਇਸੇ ਤਰ੍ਹਾਂ ਬਿਆਨ ਕੀਤਾ ਹੈ ਕਿ ਪ੍ਰਮਾਤਮਾ, ਮੈਂ ਤੇਰੇ ਨਾਲ ਵਿਛੜ ਕੇ ਹਮੇਸ਼ਾ ਦੁਖੀ ਰਹਿੰਦਾ ਹਾਂ। ਪ੍ਰਮਾਤਮਾ ਜੀ, ਵਾਹਿਗੁਰੂ ਜੀ, ਤੁਸੀਂ ਮੇਰੇ ਵੱਲੋਂ ਪਿੱਠ ਨਾ ਕਰਨਾ। ਜੇ ਤੁਹਾਡੇ ਵੱਲ ਮੇਰੀ ਪਿੱਠ ਹੋ ਜਾਂਦੀ ਹੈ ਤਾਂ ਮੈਂ ਕਲਪ ਉੱਠਦਾ ਹਾਂ, ਮੈਂ ਦੁਖੀ ਹੋ ਜਾਂਦਾ ਹਾਂ। ਮੈਨੂੰ ਇੰਝ ਲੱਗਦਾ ਹੈ ਕਿ ਮੈਂ ਆਰੇ ਨਾਲ ਚਿਰ ਜਾਵਾਂ, ਮੈਨੂੰ ਚੰਗਾ ਲੱਗੇਗਾ, ਪਰ ਕਰਵਟ ਨਹੀਂ, ਤੇਰੇ ਨਾਲ ਮੁੱਖ ਮੋੜਨਾ ਮੇਰੇ ਵਾਸਤੇ ਚੰਗਾ ਨਹੀਂ, ਕਿਉਂਕਿ ਇਹ ਮੈਨੂੰ ਦੁਖੀ ਕਰਦਾ ਹੈ। ਕਰਵਟ ਭਲਾ ਨਾ ਕਰਵਟ ਤੇਰੀ, ਇਸ ਲਈ ਹੈ ਵਾਹਿਗੁਰੂ ਲਾਗ ਗਲੇ ਸੁਣ ਬੇਨਤੀ ਮੇਰੀ। ਮੇਰੀ ਇਹੀ ਅਰਦਾਸ ਹੈ ਵਾਹਿਗੁਰੂ, ਜਿਵੇਂ ਪਤੀ ਪਤਨੀ ਇੱਕ ਦੂਜੇ ਦੇ ਸੰਗ ਰਹਿੰਦਿਆਂ ਹੀ ਜੀਵਨ ਵਿੱਚ ਖੁਸ਼ ਰਹਿੰਦੇ ਨੇ, ਇਸ ਤਰ੍ਹਾਂ ਇਹ ਜੀਵ ਪਰਮਾਤਮਾ ਦੇ ਸੰਗਤ ਵਿੱਚ ਰਿਹਾ ਹੀ, ਪਰਮਾਤਮਾ ਦੀ ਸੰਗਤ ਵਿੱਚ ਰਹਿ ਕੇ ਹੀ ਆਨੰਦਮਈ ਜੀਵਨ
ਬਤੀਤ ਕਰ ਸਕਦਾ ਹੈ। ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬੇਨਤੀ ਮੇਰੀ। ਅਤੇ ਮੈਂ ਅਰਦਾਸ ਕਰਦਾ ਵਾਹਿਗੁਰੂ, ਮੈਂ ਤੇਰੇ ਤੋਂ ਸਦਕੇ ਜਾਵਾਂ, ਕੁਰਬਾਨ ਜਾਵਾਂ। ਹਉ ਵਾਰੀ ਮੁਖ ਫੇਰ ਪਿਆਰੇ, ਕਰਵਟ ਦੇ ਮੋਹ ਕੋ ਕਾਹੇ ਕੋ ਮਾਰੇ। ਇਸੇ ਸ਼ਬਦ ਵਿੱਚ ਜਾ ਕੇ ਫਿਰ ਅੱਗੇ ਬਿਆਨ ਕਰਦੇ ਨੇ ਕਿ हे ਪ੍ਰਮਾਤਮਾ, ਤੇਰਾ ਤੇ ਮੇਰਾ ਅੰਤਰ ਕੀ ਹੈ। ਜਿਵੇਂ ਭਗਤ ਰਵਿਦਾਸ ਜੀ ਕਹਿੰਦੇ ਨੇ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਸੋਨੇ ਦੀ ਡਲੀ ਅਤੇ ਸੋਨੇ ਦੇ ਗਹਿਣੇ ਵਿੱਚ ਅੰਤਰ ਨਹੀਂ ਹੁੰਦਾ, ਕੋਈ ਫਰਕ ਨਹੀਂ ਹੁੰਦਾ, ਅਸਲਾ ਇੱਕ ਹੀ ਹੈ। ਸਮੁੰਦਰ ਦੇ ਪਾਣੀ ਤੇ ਸਮੁੰਦਰ ਦੀਆਂ ਲਹਿਰਾਂ ਵਿੱਚ ਅਸਲਾ ਇੱਕ ਹੀ ਹੈ, ਉਹਨਾਂ ਵਿੱਚ ਫਰਕ ਨਹੀਂ ਹੁੰਦਾ। ਸੂਰਜ ਤੇ ਸੂਰਜ ਦੀਆਂ ਕਿਰਨਾਂ ਵਿੱਚ ਅੰਤਰ ਨਹੀਂ ਹੁੰਦਾ, ਉਹਦੇ ਵਿੱਚ ਉਹੀ ਹੈ ਜੋ ਕਿਰਨਾਂ ਰਾਹੀਂ ਸਾਡੇ ਤੱਕ ਪਹੁੰਚਦੀ ਹੈ। ਉਹ ਸੂਰਜ ਦੀ ਹੀ ਤਪਸ਼, ਸੂਰਜ ਦੀ એનર્ਜੀ ਸਾਨੂੰ ਪ੍ਰਾਪਤ ਹੁੰਦੀ ਹੈ, ਉਹਨਾਂ ਵਿੱਚ ਫਰਕ ਨਹੀਂ ਹੈ। ਇਵੇਂ ਵਾਹਿਗੁਰੂ ਅਤੇ ਇਸ ਜੀਵ ਵਿੱਚ, ਇਸ ਜੀਵਾਤਮਾ ਵਿੱਚ ਆਤਮਾ ਅਤੇ ਪਰਮਾਤਮਾ ਇੱਕੋ ਹੀ ਸਰੂਪ ਨੇ। ਪਰਮਾਤਮਾ ਦੀ ਅੰਸ਼ ਹੀ ਜੀਵਾਤਮਾ ਦੇ ਰੂਪ ਵਿੱਚ ਹਰ ਸਰੀਰ ਦੇ ਅੰਦਰ ਵਿਦਮਾਨ ਹੈ। ਇਸ ਲਈ ਭਗਤ ਕਬੀਰ ਜੀ ਕਹਿੰਦੇ ਨੇ, ਹਮ ਤੁਮ बीच ਭਇਓ ਨਹੀਂ ਕੋਈ, ਤੁਮੈ ਸੋ ਕੰਤ ਨਾਰ ਹਮ ਸੋਈ। ਬਸ ਇੰਜ ਹਾਂ ਕਿ ਤੁਸੀਂ ਮੇਰੇ ਪਤੀ ਹੋ, ਮੈਂ ਆਪ ਜੀ ਦੀ ਪਤਨੀ ਹਾਂ। ਤੁਸੀਂ ਮੇਰੇ ਕੰਤ ਹੋ, ਮੈਂ ਆਪ ਦੀ ਪਤਨੀ ਹਾਂ। ਤੁਮੈ ਸੋ ਕੰਤ ਨਾਰ ਹਮ ਸੋਈ। ਇਸ ਲਈ ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਜਦੋਂ ਮਨੁੱਖ ਇਸ ਰਿਸ਼ਤੇ ਨੂੰ ਪਾਲਦਾ ਹੈ ਤਾਂ ਇਹ ਨਿਸ਼ਾਨਾ ਬਣ ਜਾਂਦਾ ਹੈ ਕਿ ਕੈਸਾ ਤਰੀਕਾ ਜੀਵਨ ਵਿੱਚ ਢਾਲਿਆ ਜਾਏ, ਕੈਸਾ ਢੰਗ ਵਰਤਿਆ ਜਾਏ ਕਿ ਸਾਡਾ ਉਸ ਪ੍ਰਮਾਤਮਾ ਨਾਲ ਪ੍ਰੇਮ ਬਣ ਜਾਏ, ਉਸ ਪ੍ਰਮਾਤਮਾ ਦੇ ਨਾਲ ਸਾਡੀ ਸਾਂਝ ਬਣ ਜਾਏ। ਹਾਂ ਤੇ ਅਸੀਂ ਇੱਕ ਹੀ, ਜਦੋਂ ਕਿਸੇ ਵੀ ਧਰਮ ਦੀ ਗੱਲ ਕਰੀਏ, ਪ੍ਰਮਾਤਮਾ ਦੀ ਗੱਲ ਆਉਂਦੀ ਹੈ, ਪਰ ਪ੍ਰਮਾਤਮਾ ਨੂੰ ਮਿਲਣ ਦੇ ਰਾਹ ਵੱਖਰੇ ਵੱਖਰੇ ਧਰਮਾਂ ਨੇ ਵੱਖ-ਵੱਖ ਨਿਯਤ ਕੀਤੇ ਨੇ। ਉਸ ਪ੍ਰਮਾਤਮਾ ਨੂੰ ਪ੍ਰਾਪਤ ਕਰਨ ਲਈ ਕੋਈ ਘਰ ਤੋਂ ਬਾਹਰ, ਘਰ ਦਾ ਤਿਆਗੀ ਹੋ ਜਾਂਦਾ ਹੈ, ਕੋਈ ਦਾਨ ਕਰਦਾ ਹੈ, ਕੋਈ ਪੁੰਨ ਕਰਦਾ ਹੈ, ਕੋਈ ਜੰਗਲਾਂ ਵਿੱਚ ਜਾਂਦਾ ਹੈ, ਕੋਈ ਆਪਣੇ ਸਰੀਰ ਨੂੰ ਕਸ਼ਟ ਦਿੰਦਾ ਹੈ, ਕੋਈ ਭੁੱਖੇ ਰਹਿੰਦਾ ਹੈ, ਕੋਈ ਤਪ ਕਰਦਾ ਹੈ, ਕੋਈ ਧਨ ਦੌਲਤ ਜੋੜ ਕੇ ਉਹਦੇ ਵਿੱਚੋਂ ਸੁੱਖ ਭਾਲਦਾ ਹੈ ਕਿ ਸ਼ਾਇਦ ਪ੍ਰਮਾਤਮਾ ਨਾਲ ਇੰਝ ਹੀ ਮਿਲਿਆ ਜਾ ਸਕਦਾ ਹੋਵੇ। ਪਰ ਸਤਿਗੁਰੂ ਕਹਿੰਦੇ ਨੇ ਇਹ ਸਾਰੇ ਢੰਗ ਜਿਹੜੇ ਨੇ ਇਹ ਪਿੱਛੇ ਰਹਿ ਜਾਂਦੇ ਨੇ। ਪਿਆਰੇ ਇਨ ਵਿਦ ਮਿਲ ਨਾ ਜਾਈ, ਮੈਂ ਕੀਏ ਕਰਮ ਅਨੇਕਾ। ਤੇ ਫਿਰ ਕਰੀਏ ਕੀ, ਹਾਰ ਭਰਿਓ ਸੁਆਮੀ ਕੈ ਦੁਆਰੈ, ਦੀਜੈ ਬੁੱਧ ਵਿਵੇਕਾ। ਇੱਕ ਐਸੀ ਵਿਵੇਕ ਬੁੱਧੀ ਚਾਹੀਦੀ ਹੈ। ਇਹਨਾਂ ਤਰੀਕਿਆਂ ਨਾਲ ਕਿ ਮਨੁੱਖ ਕੋਈ ਜਪ ਕਰ ਲਏ, ਤਪ ਕਰ ਲਏ, ਜਾਪ ਤਾਪ ਭਰਮਨ ਬਸੁੱਧਾ ਕਰ ਉਰਦ ਤਾਪ ਲੈ ਗਨ, ਪੁੱਠਾ ਲਟ ਕੇ ਕੋਈ ਤਪ ਕਰ ਲਵੇ, ਜੰਗਲਾਂ ਵਿੱਚ ਜਾ ਕੇ ਕੋਈ ਧੂਣੀਆਂ ਥਪਾ ਲਏ, ਕੋਈ ਜਲ ਧਾਰਾ ਕਰ ਲਏ, ਜਿਤਨੇ ਮਰਜ਼ੀ ਕਰਮ ਕਾਂਡ ਲਏ, ਇਹ ਇੰਜ ਹੀ ਹੈ ਜਿਵੇਂ ਕੋਈ ਪਤਨੀ ਆਪਣੇ ਪਤੀ ਨੂੰ ਖੁਸ਼ ਕਰਨ ਲਈ ਹਾਰ ਸ਼ਿੰਗਾਰ ਤਾਂ ਕਰੇ, ਆਪਣੇ ਪਤੀ ਨੂੰ ਖੁਸ਼ ਕਰਨ ਲਈ ਕੋਈ ਐਸੇ ਕਲੋਲ ਤਾਂ ਕਰੇ, ਪਰ ਉਸ ਦੀ ਗੱਲ ਨਾ ਮੰਨੇ, ਉਸਦੇ ਸੁਭਾਅ ਦਾ ਨਾ ਮੇਲ ਹੋਵੇ। ਸਤਿਕਾਰਯੋਗ ਗੁਰੂ ਪਿਆਰਿਓ, ਜੀਵਨ ਦੇ ਅੰਦਰ ਅਸੀਂ ਵੇਖਦੇ ਹਾਂ ਪਤੀ ਪਤਨੀ ਦਾ ਰਿਸ਼ਤਾ ਬੜਾ ਨਾਜ਼ੁਕ ਵੀ ਹੁੰਦਾ ਹੈ। ਜੇ ਤਾਂ ਸਾਂਝ ਬਣ ਗਈ ਦੋਨਾਂ ਪਤੀ ਪਤਨੀ ਵਿੱਚ ਤਾਂ ਜੀਵਨ ਦਾ ਸੁੱਖ, ਜੀਵਨ ਦਾ ਸਵਰਗ ਇਹੀ ਬਣ ਜਾਂਦਾ ਹੈ। ਪਰ ਜੇ ਪਤੀ ਪਤਨੀ ਵਿੱਚ ਕਿਤੇ ਦਰਾੜ ਪੈ ਜਾਏ, ਪਤੀ ਪਤਨੀ ਵਿੱਚ ਕਿਤੇ ਕੋਈ ਲਕੀਰ ਖਿੱਚੀ ਜਾਏ, ਉਦੋਂ ਪਤਨੀ ਤੇ ਪਤੀ ਭਾਵੇਂ ਲੱਖ ਯਤਨ ਕਰਨ, ਇੱਕ ਦੂਜੇ ਦੇ ਗੁਣਾਂ ਨਾਲ ਜੇ ਸਾਂਝ ਨਾ ਪਈ ਤਾਂ ਇਹ ਜੀਵਨ ਦੁੱਖਮਈ ਨਰਕਮਈ ਵੀ ਹੋ ਜਾਂਦਾ ਹੈ। ਤੇ ਹੁਣ ਸਵਾਲ ਹੈ ਕਿ ਪਤੀ ਪਤਨੀ ਦਾ ਸੰਗ ਕਿਵੇਂ ਹੋਵੇ, ਪਤੀ ਪਤੀ ਨੂੰ ਕਿਵੇਂ ਖੁਸ਼ ਰੱਖੇ ਅਤੇ ਪਤਨੀ ਪਤੀ ਨੂੰ ਕਿਵੇਂ ਖੁਸ਼ ਰੱਖੇ। ਇਹ ਇੱਕ ਨੁਕਤਾ ਸਾਨੂੰ ਜ਼ਰੂਰ ਸਮਝਣ ਦੀ ਯਤਨ ਹੈ। ਅਸਲ ਵਿੱਚ ਜਦੋਂ ਅਸੀਂ ਦੁਨਿਆਵੀ ਤੌਰ ਤੇ ਜ਼ਿਕਰ ਕਰਦੇ ਹਾਂ ਪਤੀ ਪਤਨੀ ਦਾ, ਰਿਸ਼ਤੇ ਨਾਤੇ ਕਰਨ ਲੱਗੇ ਹਾਂ ਲੜਕੀ ਲੜਕੇ ਦਾ, ਤਾਂ ਮਾਤਾ ਪਿਤਾ ਦੋਨਾਂ ਦੇ ਇਹ ਵਿਚਾਰਾਂ ਤਾਂ ਕਰ ਲੈਂਦੇ ਹਨ ਕਿ ਲੜਕੀ ਪੜ੍ਹੀ ਲਿਖੀ ਹੋਵੇ, ਲੜਕਾ ਪੜ੍ਹਿਆ ਲਿਖਿਆ ਹੋਵੇ, ਉਹ ਕਮਾਈ ਕਰਦਾ ਹੋਵੇ, ਉਹਦੇ ਕੋਲ ਧਨ ਦੌਲਤ ਹੋਵੇ, ਉਹਦੇ ਕੋਲ ਕਾਰ ਹੋਵੇ, ਉਹਦੇ ਕੋਲ ਗੱਡੀਆਂ ਹੋਣ, ਉਹ ਸੋਹਣਾ ਬੜਾ ਹੋਵੇ, ਇਹ ਸਾਰੇ ਗੁਣ ਵੇਖਦੇ ਨੇ। ਪਰ ਇੱਕ ਨੁਕਤਾ ਜੋ ਅਸਲ ਵਿੱਚ ਸਮਝਣ ਵਾਲਾ ਸੀ, ਉਸ ਨੂੰ ਕਈ ਵਾਰ ਭੁੱਲ ਜਾਂਦੇ ਨੇ। ਉਹ ਇਹ ਨਹੀਂ ਸੋਚਦੇ ਕਿ ਲੜਕੇ ਦੇ ਵਿਚਾਰ, ਉਸ ਜਿਹੜੀ ਉਸਦੀ ਪਤਨੀ ਬਣਨ ਵਾਲੀ ਹੈ ਉਹਦੇ ਵਿਚਾਰ ਵੀ ਮਿਲਦੇ ਹਨ ਕਿ ਨਹੀਂ। ਹੋਰ ਸਭ ਕੁਝ ਦੁਨਿਆਵੀ ਸੁੱਖ ਆਰਾਮ ਮਿਲ ਜਾਂਦੇ ਨੇ, ਪਰ ਜੇ ਵਿਚਾਰਾਂ ਦੀ ਸਾਂਝ ਨਹੀਂ ਬਣੀ ਪਤੀ ਪਤਨੀ ਵਿੱਚ, ਉਹ ਜੀਵਨ ਵਿੱਚ ਕਦੀ ਵੀ ਇੱਕ ਦੂਜੇ ਦੇ ਖੁਸ਼ੀਆਂ ਦੇ ਪਾਤਰ ਨਹੀਂ ਬਣ ਪਾਉਂਦੇ। ਰਹਿੰਦੇ ਹਨ ਇਕੱਠੇ ਪਰ ਇੱਕ ਦੂਜੇ ਤੋਂ ਦੂਰ, ਰਹਿੰਦੇ ਨਾਲ ਨਾਲ ਹੀ ਹਨ ਪਰ ਮਨ ਵਿੱਚ ਇੱਕ ਮੁਟਾਵ ਜਿਹਾ ਬਣਿਆ ਰਹਿੰਦਾ ਹੈ। ਠੀਕ ਇਹੀ ਤਰੀਕਾ ਪਰਮਾਤਮਾ ਦੇ ਨਾਲ ਵੀ ਬਣ ਜਾਂਦਾ ਹੈ। ਅਸੀਂ ਪਰਮਾਤਮਾ ਨਾਲ ਪਿਆਰ ਪਾਉਣ ਦਾ ਯਤਨ ਤਾਂ ਕਰਦੇ ਹਾਂ,
ਅਸੀਂ ਕੋਸ਼ਿਸ਼ ਤਾਂ ਕਰਦੇ ਹਾਂ ਕਿ ਗੁਰਦੁਆਰੇ ਜਾਈਏ, ਬਾਣੀ ਪੜ੍ਹੀਏ, ਸਤਸੰਗਤ ਕਰੀਏ, ਨਾਮ ਜਪੀਏ, ਕੀਰਤਨ ਸੁਣੀਏ, ਕਥਾ ਵਿਚਾਰਾਂ ਸੁਣੀਏ ਤੇ ਫਿਰ ਦਾਨ ਪੁੰਨ ਵੀ ਕਰੀਏ, ਦਸਵੰਧ ਵੀ ਕੱਢੀਏ। ਇਹ ਸਾਰੇ ਕਰਮ ਤਾਂ ਕਰਦੇ ਹਾਂ, ਪਰ ਜਿਹੜਾ ਇੱਕ ਨੁਕਤਾ ਰਹਿ ਜਾਂਦਾ ਹੈ ਕਿ ਜਿਹੜਾ ਰਾਹ ਗੁਰੂ ਸਾਹਿਬ ਦੱਸਦੇ ਹਨ ਕਿ ਇਹ ਗੁਰੂ ਦੇ ਸਿੱਖਾ, ਜੇ ਤੂੰ ਪ੍ਰਮਾਤਮਾ ਨਾਲ ਮਿਲਣਾ ਤਾਂ ਤੈਨੂੰ ਇਹਨਾਂ ਗੁਣਾਂ ਦੇ ਧਾਰਨੀ ਵੀ ਹੋਣਾ ਪੈਣਾ, ਕਿਉਂਕਿ ਮੇਲ ਗੁਣਾਂ ਦੇ ਕਾਰਨ ਹੈ। ਪ੍ਰਮਾਤਮਾ ਵਿਅਕਤੀ ਤਾਂ ਨਹੀਂ ਕਿ ਉਹਨੂੰ ਦੁਨਿਆਵੀ ਪਦਾਰਥਾਂ ਨਾਲ ਖੁਸ਼ ਕਰ ਲਿਆ ਜਾਏ, ਕਿ ਉਹਨੂੰ ਧਨ ਨਾਲ ਖੁਸ਼ ਕਰ ਲਿਆ ਜਾਏ, ਉਸ ਨੂੰ ਕਿਸੇ ਕਰਮ ਕਾਂਡ ਨਾਲ ਖੁਸ਼ ਕਰ ਲਿਆ ਜਾਏ। ਪ੍ਰਮਾਤਮਾ ਤਾਂ ਇੱਕ ਉਹ ਸ਼ਕਤੀ ਹੈ ਜਿਸ ਸ਼ਕਤੀ ਦੇ ਆਸਰੇ ਅਸੀਂ ਜੀ ਰਹੇ ਹਾਂ। ਬਸ ਪ੍ਰਮਾਤਮਾ ਨੂੰ ਮਿਲਣ ਦਾ ਰਾਹ, ਪ੍ਰਮਾਤਮਾ ਨਾਲ ਸਾਂਝ ਪਾਉਣ ਦਾ ਰਾਹ ਜੋ ਗੁਰਮਤਿ ਨੇ ਸਿਖਾਇਆ ਉਹ ਹੈ ਕਿ ਇਹ ਜੀਵ ਉਸ ਪ੍ਰਮਾਤਮਾ ਦੇ ਹੁਕਮ ਵਿੱਚ ਤੁਰੇ, ਉਹਦੀ ਰਜ਼ਾ ਵਿੱਚ ਤੁਰੇ। ਜੇ ਇਹ ਗੱਲ ਸਮਝ ਆ ਗਈ, ਪਹਿਲੀ ਪੌੜੀ ਦੇ ਅੰਦਰ ਹੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਿੱਖ ਨੂੰ ਇਹ ਸਮਝਾ ਦਿੱਤਾ ਸੀ ਕਿ ਮਨੁੱਖ, ਤੂੰ ਭਾਵੇਂ ਸਰੀਰ ਰਾਹੀਂ ਜਿੰਨਾ ਮਰਜ਼ੀ ਸੁਚਮ ਧਾਰਨ ਕਰ ਲੈ, ਇਸ਼ਨਾਨ ਕਰ ਲੈ, ਸਰੋਵਰਾਂ ਦੇ ਇਸ਼ਨਾਨ ਕਰ ਲੈ, ਪਰ ਪਰਮਾਤਮਾ ਇਸ ਕਰਮ ਕਾਂਡ ਨਾਲ ਖੁਸ਼ ਨਹੀਂ ਹੁੰਦਾ। ਤੂੰ ਭਾਵੇਂ ਭੁੱਖਾ ਰਹਿ ਕੇ ਆਪਣੇ ਸਰੀਰ ਨੂੰ ਕਸ਼ਟ ਵਿੱਚ ਰੱਖ ਲੈ, ਤਾਂ ਪਰ ਤੇਰੇ ਮਨ ਦੀ ਭੁੱਖ ਨਹੀਂ ਉਤਰ ਸਕਦੀ ਜਿੰਨਾ ਚਿਰ ਪਰਮਾਤਮਾ ਨਾਲ ਸਾਂਝ ਨਹੀਂ ਬਣਦੀ। ਤੂੰ ਭਾਵੇਂ ਦੁਨਿਆਵੀ ਗਿਆਨ ਜਿੰਨਾ ਮਰਜ਼ੀ ਇਕੱਠਾ ਕਰ ਲੈ, ਦੁਨਿਆਵੀ ਤੌਰ ਤੇ ਜਿੰਨੇ ਮਰਜ਼ੀ ਡਿਗਰੀਆਂ ਪ੍ਰਾਪਤ ਕਰ ਲੈ, ਬੜਾ ਗਿਆਨ ਧਿਆਨ ਸਿੱਖ ਲੈ, ਪਰ ਜੇ ਪਰਮਾਤਮਾ ਦੇ ਗੁਣਾਂ ਦੀ ਸਾਂਝ ਨਹੀਂ ਪਈ ਤਾਂ ਜੀਵਨ ਵਿੱਚ ਸੁੱਖ ਆਰਾਮ ਨਹੀਂ ਹੈ। ਤੇ ਫਿਰ ਦੁਨੀਆ ਦੀ ਭਾਵੇਂ ਰਾਜ ਸ਼ਕਤੀ ਦਾ ਤੂੰ ਮਾਲਕ ਬਣ ਜਾਏ, ਦੁਨੀਆ ਦੀ ਹਰ ਤਾਕਤ ਤੇਰੇ ਪਾਸ ਹੋ ਜਾਏ, ਪਰ ਫਿਰ ਵੀ ਤੂੰ ਪਰਮਾਤਮਾ ਤੋਂ ਦੂਰ ਹੀ ਰਹਿਣਾ ਜੇ ਤੇਰੇ ਅੰਦਰ ਉਹ ਰੱਬੀ ਗੁਣ ਨਹੀਂ ਪੈਦਾ ਹੋਏ। ਤਾਂ ਫਿਰ ਕਿਵੇਂ ਉਸ ਪਰਮਾਤਮਾ ਨਾਲ ਸਾਂਝ ਪਏ? ਤਾਂ ਉੱਤਰ ਦਿੰਦੇ ਹਨ, ਸਚਿਆਰ ਬਣ ਕੇ ਹੀ ਪਰਮਾਤਮਾ ਨਾਲ ਜੁੜਿਆ ਜਾ ਸਕਦਾ ਹੈ। ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ। ਤਾਂ ਉੱਤਰ ਦਿੱਤਾ ਉਹਦੇ ਹੁਕਮ ਵਿੱਚ ਤੁਰ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਉਹਦੀ ਰਜ਼ਾ ਵੀ ਤੁਰਨਾ ਹੀ ਇੱਕ ਐਸਾ ਗੁਣ ਹੈ ਜਿਹੜਾ ਪਰਮਾਤਮਾ ਨਾਲ ਤੇਰੀ ਸਾਂਝ ਪਾ ਦੇਗਾ। ਇਹ ਜਿਵੇਂ ਦੁਨਿਆਵੀ ਤੌਰ ਤੇ ਅਸੀਂ ਵੇਖਦੇ ਹਾਂ ਕਿ ਪਤੀ ਪਤਨੀ ਇਹ ਨਹੀਂ ਕਿ ਰਹਿੰਦੇ ਇਕੱਠੇ ਨੇ, ਪਤੀ ਪਤਨੀ ਇਹ ਨਹੀਂ ਕਿ ਉਹਨਾਂ ਦੋਨਾਂ ਦਾ ਵਿਆਹ ਹੋ ਗਿਆ। ਅਸਲ ਵਿੱਚ ਪਤੀ ਪਤਨੀ ਸਹੀ ਮਾਇਨੇ ਵਿੱਚ ਉਦੋਂ ਬਣਦੇ ਹਨ ਜਦੋਂ ਉਹਨਾਂ ਦੇ ਵਿਚਾਰ ਮਿਲ ਜਾਂਦੇ ਹਨ, ਜਦੋਂ ਉਹਨਾਂ ਦੇ ਅੰਦਰ ਇੱਕ ਪਰਮਾਤਮਾ ਦੀ ਜੋਤ ਦੋਨਾਂ ਨੂੰ ਇੱਕ ਦੂਜੇ ਵਿੱਚ ਪਰਮਾਤਮਾ ਦਿਖਾਈ ਦੇਵੇ, ਪਤੀ ਨੂੰ ਪਤਨੀ ਵਿੱਚ ਤੇ ਪਤਨੀ ਨੂੰ ਪਤੀ ਵਿੱਚ ਦਿਖਾਈ ਦੇਵੇ। ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇਸ ਦਾ ਉਲੇਖ ਆਪਣੀ ਬਾਣੀ ਵਿੱਚ ਕੀਤਾ ਕਿ ਹਰ ਮੇਰੋ ਪਿਰ ਹੋ ਹਰ ਕੀ ਬਹੁਰੀਆ, ਰਾਮ ਬੜੇ ਮੈਂ ਤਨਕ ਲਾਹੌਰੀਆ। ਪਰਮਾਤਮਾ ਜੀ ਬਹੁਤ ਵੱਡੇ ਨੇ ਤੇ ਮੈਂ ਇੱਕ ਛੋਟੀ ਜੀ ਲੜਕੀ ਹਾਂ, ਮੇਰਾ ਉਸ ਨਾਲ ਕਿਵੇਂ ਮੇਲ ਹੋਵੇ, ਕਿਵੇਂ ਉਹਦੇ ਨਾਲ ਮੈਂ ਜੁੜ ਸਕਦੀ ਹਾਂ? ਤਾਂ ਸਤਿਗੁਰੂ ਕਹਿੰਦੇ ਨੇ ਇਹ ਇਸ ਲਈ ਨਹੀਂ ਕਿ ਤੂੰ ਰੋਜ਼ ਉਸ ਵਾਹਿਗੁਰੂ ਦੇ ਗੁਣਾਂ ਨੂੰ ਪੜ੍ਹੀ ਚੱਲ, ਸੁਣੀ ਚੱਲ, ਉਸ ਕੋਈ ਕਰਮ ਕਾਂਡ ਕਰਕੇ ਉਸ ਵਾਹਿਗੁਰੂ ਨੂੰ ਖੁਸ਼ ਕਰਨ ਦਾ ਯਤਨ ਕਰ। ਇਹ ਪਤੀ ਪਤਨੀ ਦਾ ਸੁਮੇਲ ਇਸ ਨਾਲ ਨਹੀਂ ਹੁੰਦਾ। ਧਨ ਫਿਰ ਇਹ ਨਾ ਆਖੀਆਂ, ਇਹਨਾਂ ਨੂੰ ਪਤੀ ਪਤਨੀ ਨਹੀਂ ਆਖਦੇ, ਬਹਿਣ ਇਕੱਠੇ ਹੋਏ ਕਿ ਤੂੰ ਰੋਜ਼ ਗੁਰਦੁਆਰੇ ਜਾ ਕੇ ਬਾਣੀ ਸੁਣਦੀ ਹੈ, ਬਾਣੀ ਪੜ੍ਹਦਾ ਹੈ, ਸੰਗਤ ਕਰਦਾ ਹੈ। ਧਨ ਫਿਰ ਇਹ ਨਾ ਆਖੀਆਂ, ਬਹਿਣ ਇਕੱਠੇ ਹੋਏ। ਹੋਵੇਗਾ ਕਦੋਂ? ਕਦੋਂ ਪ੍ਰਮਾਤਮਾ ਦਾ ਮੇਲ ਹੋਵੇਗਾ? ਏਕ ਜੋਤ ਦੋਏ ਮੂਰਤੀ ਧਨ ਫਿਰ ਕਈ ਐਸੋ। ਜਦੋਂ ਪਤੀ ਪਤਨੀ ਦੀ ਜੋਤ, ਪਤੀ ਪਤਨੀ ਦੇ ਸਾਂਝ, ਪਤੀ ਪਤਨੀ ਦੇ ਗੁਣ, ਪਤੀ ਪਤਨੀ ਦੇ ਵਿਚਾਰ ਇੱਕ ਹੋ ਜਾਣ ਤਾਂ ਉਹਨਾਂ ਦੋਨਾਂ ਵਿੱਚ ਮੇਲ ਹੋ ਜਾਂਦਾ ਹੈ। ਇਵੇਂ ਹੀ ਪਰਮਾਤਮਾ ਅਤੇ ਜੀਵ ਦਾ ਜਦੋਂ ਗੁਣਾ ਕਰਕੇ ਸੰਗ ਹੁੰਦਾ ਹੈ, ਉਦੋਂ ਇਹ ਜੀਵ ਆਤਮਾ ਉਸ ਪਰਮਾਤਮਾ ਨਾਲ ਇੱਕਮਿਕ ਹੋ ਜਾਂਦੀ ਹੈ। ਤੇ ਜਿਵੇਂ ਆਮ ਤੌਰ ਤੇ ਅਸੀਂ ਵੇਖਦੇ ਹਾਂ, ਇੱਕ ਦੁਨਿਆਵੀ ਮਿਸਾਲ ਹੈ ਕਿ ਪਤੀ ਪਤਨੀ ਦੋਨੋਂ ਚਾਹੁੰਦੇ ਹਨ ਕਿ ਅਸੀਂ ਇਕੱਠੇ ਰਹੀਏ। ਦੁਨਿਆਵੀ ਤੌਰ ਤੇ ਪਤੀ ਪਤਨੀ ਇਕੱਠੇ ਰਹਿਣਾ ਚਾਹੁੰਦੇ ਹਨ, ਪਰ ਪਤੀ ਨੂੰ ਕਿਸੇ ਕਾਰਨ ਦੂਰ ਜਾਣਾ ਪੈ ਜਾਏ, ਘਰ ਤੋਂ ਬਾਹਰ ਜਾਣਾ ਪੈ ਜਾਏ, ਤਾਂ ਫਿਰ ਉਹ ਪਤਨੀ ਉਹਨੂੰ ਇਹ ਬੇਨਤੀ ਕਰਦੀ ਹੈ ਕਿ ਹੇ ਮਾਲਕ, ਹੇ ਮੇਰੇ ਪਤੀ ਜੀ, ਤੁਸੀਂ ਮੇਰੇ ਨਾਲ ਰਹੋ, ਅਸੀਂ ਇਕੱਠੇ ਰਹਿ ਕੇ ਹੀ ਆਪਣੇ ਜੀਵਨ ਨੂੰ ਵਧੀਆ ਬਣਾ ਸਕਦੇ ਹਾਂ। ਪਰ ਜਦੋਂ ਅਸੀਂ ਇਸ ਗੱਲ ਨੂੰ, ਇਕੱਠੇ ਰਹਿਣ ਦੀ ਗੱਲ ਨੂੰ, ਕਿ ਇਕੱਠੇ ਰਹਿਣਾ ਕੋਈ ਜ਼ਰੂਰੀ ਨਹੀਂ ਹੈ, ਕਿਸੇ ਕਾਰਨ ਪਤੀ ਵਿਦੇਸ਼ ਵਿੱਚ ਵੀ ਜਾਂਦੇ ਨੇ, ਘਰ ਤੋਂ ਬਾਹਰ ਵੀ ਜਾ ਕੇ ਨੌਕਰੀ ਚਾਕਰੀ ਕਰਦੇ ਨੇ। ਅਸਲ ਵਿੱਚ ਜੇ ਪਿਆਰ ਬਣ ਜਾਏ ਫਿਰ ਦੂਰ ਰਹਿੰਦਿਆਂ ਵੀ ਪਿਆਰ ਬਣਿਆ ਰਹਿੰਦਾ ਹੈ, ਉਹ ਟੁੱਟਦਾ ਨਹੀਂ ਹੈ। ਪਰ ਜੇ ਪਿਆਰ ਨਹੀਂ ਬਣਿਆ ਤੇ ਫਿਰ ਤਾਂ ਉਹ ਗੱਲ ਅਲੱਗ ਹੈ। ਪਰ ਜਦੋਂ ਅਸੀਂ ਗੁਰਮਤਿ ਦੀ ਇਸ ਸਿਧਾਂਤ ਨੂੰ ਆਪਣੇ ਜੀਵਨ ਵਿੱਚ ਢਾਲਣ ਦਾ ਯਤਨ ਕਰਦੇ ਹਾਂ, ਮਾਰੂ ਰਾਗ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇੱਕ ਸੁੰਦਰ ਦ੍ਰਿਸ਼ਟਾਂਤ ਦੇ ਕੇ ਗੱਲ ਸਮਝਾਉਣ ਦਾ ਯਤਨ ਕੀਤਾ ਹੈ ਕਿ ਇਹ ਜਿਹੜਾ ਸਰੀਰ ਹੈ ਇਹ ਮਾਨੋ ਪਤਨੀ ਹੈ ਅਤੇ ਜੀਵਾਤਮਾ ਪਰਮਾਤਮਾ ਹੈ, ਪਰਮਾਤਮਾ ਦੀ ਅੰਸ਼ ਹੈ। ਸਰੀਰ
ਤੇ ਆਤਮਾ ਦਾ ਮੇਲ ਜਦੋਂ ਰਹਿੰਦਾ ਉਦੋਂ ਇਹ ਖੁਸ਼ੀ ਰਹਿੰਦੇ ਨੇ, ਸੁਖੀ ਰਹਿੰਦੇ ਨੇ। ਜੇ ਪਰਮਾਤਮਾ ਨਿਕਲ ਜਾਏ, ਇਸ ਆਤਮਾ ਦਾ ਵਾਸਾ ਇਹਦੇ ਵਿੱਚੋਂ ਨਿਕਲ ਜਾਏ, ਉਦੋਂ ਇਸ ਨੂੰ ਦੁੱਖ ਹੀ ਹੋਣਾ ਪੈਂਦਾ। ਮੰਨ ਲਓ ਇਸ ਨੂੰ ਅਸੀਂ ਸੰਸਾਰਿਕ ਤੌਰ ਤੇ ਮੌਤ ਆਖਦੇ ਹਾਂ। ਪਤਨੀ ਆਖਦੀ ਹੈ, ਧਨ ਕਹੈ ਤੂੰ ਵਸ ਮੈਂ ਨਾਲੇ, ਪ੍ਰਿਆ ਸੁਖ ਵਾਸੀ ਬਾਲ ਗੋਪਾਲੇ, ਤੁਝੇ ਬਿਨਾ ਹੂੰ ਕਿਤੇ ਨਾ ਲੇਖੈ, ਵਚਨ ਦੇਹ ਛੋੜ ਨਾ ਜਾਸਾ। ਪਰ ਮਾਲਿਕ ਕਹਿੰਦਾ ਤਾਂ ਉਹ ਪ੍ਰੀਤਮ ਪਿਆਰਾ ਆਖਦਾ ਕਿ ਹੇ ਮੇਰੀ ਪਤਨੀ, ਵੇਖ ਅਸੀਂ ਭਾਵੇਂ ਇਕੱਠੇ ਰਹਿੰਦੇ ਹਾਂ, ਹਮੇਸ਼ਾ ਹੀ ਇਕੱਠੇ ਹਾਂ, ਪਰ ਇਹ ਨਾ ਕਹੀਂ ਕਿ ਹਮੇਸ਼ਾ ਅਸੀਂ ਇਕੱਠੇ ਹੀ ਰਹਿਣਾ। ਇੱਕ ਨਾ ਇੱਕ ਦਿਨ ਅਸੀਂ ਵਿਛੜਨਾ ਵੀ ਹੈ, ਵਿਛੋੜਾ ਵੀ ਹੁੰਦਾ ਹੈ। ਕਈ ਵਾਰ ਵਿਛੋੜੇ ਵਿੱਚ ਵੀ, ਵਿਛੋੜਾ ਸੁਣੇ ਦੁੱਖ, ਭਾਵੇਂ ਦੁਨਿਆਵੀ ਤੌਰ ਤੇ ਵਿਛੋੜਾ ਦੁੱਖ ਹੀ ਕਰਦਾ, ਪਰ ਵਿਛੜ ਕੇ ਵੀ ਜੇ ਪਿਆਰ ਬਣਿਆ ਰਵੇ, ਜੇ ਅੰਦਰ ਦੀ ਪਤੀ ਪਤਨੀ ਦੀ ਸਾਂਝ ਬਣੀ, ਤੇ ਕੁਝ ਪਲਾਂ ਲਈ ਵਿਛੋੜਾ ਵੀ ਇਹ ਸਹਾਰਿਆ ਜਾਂਦਾ ਹੈ। ਕਿਉਂਕਿ ਅੰਦਰ ਬਿਰਹੇ ਦੀ ਚੋਟ, ਅੰਦਰ ਵਿਛੋੜੇ ਦਾ ਅਹਿਸਾਸ, ਇਹ ਹਮੇਸ਼ਾ ਚੇਤੇ ਕਰਵਾਉਂਦਾ ਰਹਿੰਦਾ ਪਤਨੀ ਨੂੰ ਕਿ ਮੇਰਾ ਪਤੀ ਵਿਦੇਸ਼ ਗਿਆ। ਉਹ ਤਾਂ ਹਮੇਸ਼ਾ ਉਮਕਦੀ ਰਹਿੰਦੀ ਹੈ, ਉਮਕਿਓ ਹੀਓ ਮਿਲਨ ਪ੍ਰਭ ਤਾਈ, ਆਪਣੇ ਮਾਲਕ ਨੂੰ ਮਿਲਣ ਲਈ ਤਾਂਘ ਬਣਦੀ ਰਹਿੰਦੀ ਹੈ। ਇਹ ਤਾਂਘ ਹੀ ਉਸ ਨੂੰ ਮੁੜ ਮਿਲਾਉਂਦੀ ਹੈ ਆਪਣੇ ਪਤੀ ਨਾਲ, ਤੇ ਉਸ ਦਾ ਪਿਆਰ ਬਣਿਆ ਰਹਿੰਦਾ। ਇੰਜ ਹੀ ਇਹ ਜੀਵਾਤਮਾ ਅਤੇ ਸਰੀਰ ਨੇ ਵੀ ਹਮੇਸ਼ਾ ਭਾਵੇਂ ਨਹੀਂ ਰਹਿਣਾ, ਪਰ ਜੇ ਇਸ ਦੀ ਸਾਂਝ ਵਿੱਚ ਪਿਆਰ ਬਣ ਗਿਆ, ਪਤੀ ਕਹਿੰਦਾ ਕਿ ਮੈਂ ਵਿਦੇਸ਼ ਵੀ ਜਾਣਾ, ਧਨ ਦੌਲਤ ਵੀ ਕਮਾਣੀ, ਪਤਨੀ ਕਹਿੰਦੀ ਹੈ ਨਹੀਂ ਘਰ ਵਿੱਚ ਹੀ ਰਹੋ, ਤਾਂ ਫਿਰ ਉਹ ਸਮਝਾਉਂਦਾ ਹੈ ਕਿ ਹੇ ਮੇਰੀ ਪਿਆਰੀ ਪਤਨੀ, ਮੈਂ ਹਮੇਸ਼ਾ ਤੇਰੇ ਨਾਲ ਹਮੇਸ਼ਾ ਨਹੀਂ ਰਹਿ ਸਕਦਾ। ਜਾਬੇ ਬਚਨ ਕਹੇ ਫਿਰ ਸਾਚੇ, ਤਨ ਕਛੂ ਨਾ ਸਮਝੈ ਚੰਚਲ ਕਾਚੇ, ਬੌਰ ਬੌਰ ਫਿਰ ਹੀ ਸੰਗ ਮੰਗੈ, ਉਹ ਬਾਤ ਜਾਣੈ ਕਰ ਹਾਸਾ ਹੈ। ਇੱਥੇ ਪਤੀ ਪਤਨੀ ਦਾ ਦ੍ਰਿਸ਼ਟਾਂਤ ਦੇ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਸ ਪਰਮਾਤਮਾ ਨਾਲ ਪਿਆਰ ਦੀ ਤਾਂਘ ਪੈਦਾ ਕਰਨ ਦਾ ਇੱਕ ਉਲੇਖ ਕੀਤਾ ਹੈ। ਜੇ ਇਹ ਅਹਿਸਾਸ ਸਾਡੇ ਅੰਦਰ ਪੈਦਾ ਹੋ ਜਾਏ ਕਿ ਮੈਂ ਵਿਛੜਿਆ ਹੋਇਆ ਹਾਂ, ਮੈਂ ਉਸ ਪਰਮਾਤਮਾ ਤੋਂ ਟੁੱਟਿਆ ਹੋਇਆ ਹਾਂ, ਫਿਰ ਜ਼ਰੂਰ ਮਿਲਾਪ ਹੋਵੇਗਾ। ਪਾਤਸ਼ਾਹ ਜੀ ਨੇ ਬਾਣੀ ਦੇ ਅੰਦਰ ਪਤੀ ਪਤਨੀ ਦੇ ਇਸ ਸੁਮੇਲ ਨੂੰ ਹੀ ਬਿਆਨ ਕਰਦਿਆਂ 12 ਮਾਹਾਂ ਦੇ ਅੰਦਰ ਇਹ ਬਿਆਨ ਕੀਤਾ ਹੈ ਕਿ ਜੀਵਨ ਯਾਤਰਾ ਦੇ ਅੰਦਰ ਜਦੋਂ ਪਤੀ ਪਤਨੀ ਵਿਛੜ ਵੀ ਜਾਂਦੇ ਹਨ, ਇਹ ਸਰੀਰਾਂ ਦੇ ਮੇਲ ਦਾ ਨਾਮ ਪਤੀ ਪਤਨੀ ਦਾ ਮੇਲ ਨਹੀਂ ਹੈ, ਇਹ ਰੂਹਾਂ ਦਾ ਮੇਲ ਹੈ, ਏਕ ਜੋਤ ਦੋਏ ਮੂਰਤੀ ਦਾ ਮੇਲ ਹੈ। ਤਾਂ ਸਤਿਗੁਰੂ ਜੀ ਕਹਿੰਦੇ ਹਨ, ਜਦੋਂ ਇਹ ਗੱਲ ਸਮਝ ਆ ਗਈ ਕਿ ਉਹ ਪਰਮਾਤਮਾ ਤੇ ਮੇਰੇ ਅੰਗ ਸੰਗ ਹੈ, ਬਾਹਰ ਨਹੀਂ ਹੈ, ਉਹ ਤਾਂ ਮੇਰੇ ਹਮੇਸ਼ਾ ਹੀ ਅੰਗ ਸੰਗ ਰਹਿਣਾ, ਉਦੋਂ ਇਹ ਜੀਵ ਇਸਤਰੀ ਉਸ ਪਰਮਾਤਮਾ ਨਾਲ ਪਿਆਰ ਪਾਉਣ ਦਾ ਯਤਨ ਕਰਦੀ ਹੈ। ਦੂਸਰੀ ਮਿਸਾਲ ਸਤਿਗੁਰੂ ਜੀ ਨੇ ਜੋ ਲਈ ਹੈ ਉਹ ਹੈ ਕਿ ਇਹ ਜਦੋਂ ਜੀਵ ਇਸਤਰੀ ਉਸ ਪਰਮਾਤਮਾ ਨੂੰ ਮਿਲਣ ਵਾਸਤੇ ਕੋਈ ਕਰਮ ਕਾਂਡ ਕਰਦੀ ਹੈ, ਤਾਂ ਫਿਰ ਉਹ ਕਰਮ ਕਾਂਡਾਂ ਵਿੱਚ ਰੁੱਝ ਕੇ ਸੰਸਾਰਿਕ ਪਦਾਰਥਾਂ ਵਿੱਚ ਤਾਂ ਰੁੱਝ ਜਾਂਦੀ ਹੈ, ਪਰ ਉਸ ਪਰਮਾਤਮਾ ਨਾਲ ਇਸ ਦਾ ਮੇਲ ਨਹੀਂ ਹੋ ਪਾਉਂਦਾ, ਕਿਉਂਕਿ ਉਹ ਤਾਂ ਕਰਮ ਕਾਂਡਾਂ ਨੂੰ ਹੀ ਜੀਵਨ ਸਿਧਾਂਤ ਸਮਝ ਕੇ ਇਹ ਮੰਨਣਾ ਸ਼ੁਰੂ ਕਰ ਦਿੰਦੀ ਹੈ ਕਿ ਮੈਂ ਉਸ ਪਰਮਾਤਮਾ ਨਾਲ ਬਹੁਤ ਪਿਆਰ ਕਰਦੀ ਹਾਂ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਹਨਾਂ ਅਨੇਕਾਂ ਕਰਮ ਕਾਂਡਾਂ ਦਾ ਜ਼ਿਕਰ ਆਪਣੇ ਸ਼ਬਦਾਂ ਵਿੱਚ ਕੀਤਾ ਹੈ। तो ਅੱਜ ਦੇ ਇਸ ਸ਼ਬਦ ਵਿੱਚ ਇੱਕ ਸਿਮਲੀ ਭਗਤ ਕਬੀਰ ਜੀ ਨੇ ਵਰਤੀ ਹੈ ਪਹਿਲੇ ਬੰਦ ਦੇ ਅੰਦਰ ਕਿ ਉਹ ਸ਼ਿੰਗਾਰ ਮਿਲਨ ਕੈ ਤਾਈ, ਹਰ ਨਾ ਮਿਲੇ ਜਗ ਜੀਵਨ ਗੁਸਾਈ। ਇਹ ਜੀਵ ਉਸ ਪਰਮਾਤਮਾ ਨੂੰ ਮਿਲਣ ਵਾਸਤੇ ਸ਼ਿੰਗਾਰ ਕਰਦਾ ਹੈ, ਜਿਵੇਂ ਪਤਨੀ ਆਪਣੇ ਪਤੀ ਨੂੰ ਮਿਲਣ ਵਾਸਤੇ ਸ਼ਿੰਗਾਰ ਕਰਦੀ ਹੈ, ਪਰ ਨਿਰੇ ਬਾਹਰਲੇ ਸ਼ਿੰਗਾਰ ਨਾਲ ਪਤੀ ਖੁਸ਼ ਨਹੀਂ ਹੁੰਦਾ। ਇਵੇਂ ਸਾਡੇ ਕੀਤੇ ਕਰਮ ਕਾਂਡਾਂ ਨਾਲ, ਸਾਡੇ ਪਰਮਾਤਮਾ ਨੂੰ ਮਿਲਣ ਦੇ ਦੁਨਿਆਵੀ ਢੰਗਾਂ ਨਾਲ ਉਹ ਪਰਮਾਤਮਾ ਖੁਸ਼ ਨਹੀਂ ਹੁੰਦਾ। ਹਰ ਨਾ ਮਿਲੇ, ਵਾਹਿਗੁਰੂ ਮਿਲਦੇ ਨਹੀਂ। ਜਗ ਜੀਵਨ ਗੁਸਾਈ, ਉਹ ਵਾਹਿਗੁਰੂ ਜੋ ਸਾਰੇ ਜਗਤ ਨੂੰ ਜੀਵਨ ਦੇਣ ਵਾਲਾ ਹੈ, ਜੋ ਸਾਰੇ ਸੰਸਾਰ ਦਾ ਮਾਲਕ ਹੈ, ਉਹ ਕਦੀ ਵੀ ਪ੍ਰਾਪਤ ਨਹੀਂ ਹੁੰਦਾ, ਉਹਦੇ ਨਾਲ ਸਾਂਝ ਨਹੀਂ ਬਣਦੀ, ਕਿਉਂਕਿ ਗੱਲ ਸ਼ਿੰਗਾਰ ਦੀ ਨਹੀਂ ਹੈ। ਅਸਲ ਵਿੱਚ ਸ਼ਿੰਗਾਰ ਕਿਹੜਾ ਕੀਤਾ ਜਾਏ ਜਿਸ ਵਿੱਚ ਮੇਰਾ ਮਾਲਕ ਖੁਸ਼ ਹੋ ਜਾਏ। ਤਾਂ ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਇਹ ਗੱਲ ਸਮਝਾਉਣ ਦਾ ਯਤਨ ਕੀਤਾ ਕਿ ਵਾਹਿਗੁਰੂ ਨੂੰ ਮਿਲਣ ਵਾਸਤੇ ਜਿਹੜੇ ਸ਼ਿੰਗਾਰ ਦੀ ਗੱਲ ਗੁਰਬਾਣੀ ਨੇ ਅੰਦਰ ਕੀਤੀ ਹੈ ਉਹ ਹੈ ਕਿ ਰੱਬੀ ਹੁਕਮਾਂ ਨੂੰ ਮੰਨ ਲੈਣਾ, ਗੁਰੂ ਦੇ ਹੁਕਮ ਤੇ ਤੁਰਦਿਆਂ ਉਸ ਵਾਹਿਗੁਰੂ ਦੇ ਗੁਣਾਂ ਨੂੰ ਆਪਣੇ ਜੀਵਨ ਦਾ ਆਸਰਾ ਬਣਾਉਣਾ। ਵਾਹਿਗੁਰੂ ਦੇ ਗੁਣ ਮੂਲ ਮੰਤਰ 'ਚ ਬਿਆਨ ਕੀਤੇ ਨੇ, ਉਹਨਾਂ ਗੁਣਾਂ ਨੂੰ ਜਦੋਂ ਅਸੀਂ ਜੀਵਨ ਵੀ ਢਾਲਦੇ ਹਾਂ ਤੇ ਸਾਡਾ ਉਸ ਪਰਮਾਤਮਾ ਨਾਲ ਮੇਲ ਹੋ ਜਾਂਦਾ ਹੈ। ਜਿਵੇਂ ਪਾਣੀ ਵਿੱਚ ਪਾਣੀ ਮਿਲਦਾ ਹੈ, ਇਵੇਂ ਜੋਤ ਵਿੱਚ ਜੋਤ ਮਿਲਦੀ ਹੈ। ਪਾਣੀ ਵਿੱਚ ਤੇਲ ਨਹੀਂ ਮਿਲਦਾ, ਕਿਉਂਕਿ ਤੇਲ ਅਤੇ ਪਾਣੀ ਦੇ ਵੱਖਰੇ ਵੱਖਰੇ ਗੁਣ ਨੇ। ਇਵੇਂ ਪਰਮਾਤਮਾ ਨੂੰ ਮਿਲਣ ਵਾਸਤੇ ਉਹਨਾਂ ਗੁਣਾਂ ਦੇ ਹੀ ਧਾਰਨੀ ਹੋਣਾ ਪੈਂਦਾ ਜਿਹੜੇ ਗੁਣ ਸਤਿਗੁਰਾਂ ਨੇ ਉਸ ਵਾਹਿਗੁਰੂ ਜੀ ਦੇ ਬਿਆਨ ਕੀਤੇ ਹਨ।
ਤਾਂ ਸਤਿਗੁਰੂ ਕਹਿੰਦੇ ਨੇ ਇੱਕ ਮਿਸਾਲ ਦੇ ਕੇ ਕਿ ਅਗਰ ਉਸ ਪਰਮਾਤਮਾ ਨੂੰ ਮਿਲਣਾ ਹੈ ਤੇ ਕਿਹੜਾ ਸ਼ਿੰਗਾਰ ਕਰੀਏ, ਕਿਹੜਾ ਢੰਗ ਵਰਤੀਏ। ਬੀਬੀ ਸੰਤਾਂ ਕੀ ਹੋਏ ਦਾਸਰੀ, ਇਹ ਗੁਣ ਧਾਰਨ ਕਰਨੇ। ਬੀਬੀ ਸੰਤਾਂ ਕੀ ਹੋਏ ਦਾਸਰੀ, ਇਹ ਆਚਾਰਾ ਸਿੱਖ ਰਹੀ। ਸਗਲ ਗੁਣਾ ਗੁਣ ਉਤਮੋ, ਭਰਤਾ ਦੂਰ ਨਾ ਫਿਕਰੀ। ਸਾਰੇ ਗੁਣਾ ਤੋਂ ਇੱਕ ਅੱਛਾ ਗੁਣ, ਸਾਰੇ ਗੁਣਾ ਤੋਂ ਉੱਤਮ ਗੁਣ ਇਹ ਹੈ ਕਿ ਪਰਮਾਤਮਾ ਨੂੰ ਕਦੀ ਆਪਣੇ ਤੋਂ ਵੱਖ ਨਾ ਸਮਝੇ। ਜਦੋਂ ਜੀਵ ਸਮਝਦਾ ਕਿ ਪਰਮਾਤਮਾ ਮੇਰੇ ਤੋਂ ਦੂਰ ਹੈ, ਪਰਮਾਤਮਾ ਜੰਗਲਾਂ ਵਿੱਚ ਰਹਿੰਦਾ ਹੈ, ਪਰਮਾਤਮਾ ਮੈਨੂੰ ਕਿਹੜਾ ਵੇਖਦਾ ਹੈ, ਰੱਬ ਨੇ ਕਿਹੜਾ ਵੇਖਣਾ, ਉਦੋਂ ਪਰਮਾਤਮਾ ਤੋਂ ਟੁੱਟ ਕੇ ਜੀਵ ਜੋ ਕਰਮ ਕਰਦਾ ਹੈ ਉਹ ਵਾਹਿਗੁਰੂ ਦੀ ਹਜ਼ੂਰੀ ਵਿੱਚ ਨਹੀਂ ਕਰਦਾ, ਉਹ ਵਾਹਿਗੁਰੂ ਨੂੰ ਗੈਰ ਹਾਜ਼ਰ ਸਮਝ ਕੇ ਕਰਦਾ ਹੈ, ਤੇ ਉਦੋਂ ਹਮੇਸ਼ਾ ਇਹ ਦੁਖੀ ਹੀ ਹੁੰਦਾ ਹੈ। ਤੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਕਿ ਹੇ ਬੀਬੀ, ਹੇ ਜੀਵ ਇਸਤਰੀ, ਅਗਰ ਤੂੰ ਉਸ ਪਰਮਾਤਮਾ ਨੂੰ ਮਿਲਣਾ ਚਾਹੁੰਦੀ ਹੈ, ਆ ਤੈਨੂੰ ਸ਼ਿੰਗਾਰ ਦੱਸਾਂ ਕਿ ਕਿਹੜਾ ਸ਼ਿੰਗਾਰ ਦੀ ਲੋੜ ਹੈ। ਸਗਲ ਗੁਣਾ ਗੁਣ ਉਤਮ, ਭਰਤਾ ਦੂਰ ਨਾ ਫਿਕਰੀ। ਇਹ ਮਨ ਸੁੰਦਰ ਆਪਣਾ, ਹਰ ਨਾਮ ਮਜੀਠ ਹੈ ਰੰਗਰੀ। ਤਿਆਗ ਸਿਆਣਪ ਚਾਤਰੀ, ਤੂੰ ਜਾਣ ਗੋਪਾਲੈ ਸੰਗਰੀ। ਭਰਤਾ ਕਹੈ ਸੋ ਮਾਨੀਐ। ਮਾਲਿਕ ਦੇ ਹੁਕਮ ਨੂੰ ਮੰਨਣਾ ਸ਼ੁਰੂ ਕਰ, ਉਹਦੇ ਹੁਕਮ ਵਿੱਚ ਰਹਿਣਾ, ਤੁਰਨਾ ਸ਼ੁਰੂ ਕਰ। ਭਰਤਾ ਕਹੈ ਸੋ ਮਾਨੀਐ, ਇਹ ਸ਼ਿੰਗਾਰ ਬਣਾ ਜੀ, ਇਹ ਸ਼ਿੰਗਾਰ ਬਣਾ, ਤਾਂ ਤੂੰ ਅਸਲ ਵਿੱਚ ਸੁਹਾਗਣ ਬਣੇਗੀ, ਤਾਂ ਤੂੰ ਅਸਲ ਵਿੱਚ ਆਪਣੇ ਪਤੀ ਦੀ ਪਿਆਰੀ ਬਣ ਸਕਦੀ ਹੈ। ਜੇ ਉਸ ਪਰਮਾਤਮਾ ਦੇ ਹੁਕਮਾਂ ਨੂੰ ਤੂੰ ਸਮਝ ਕੇ, ਪਰਮਾਤਮਾ ਦੇ ਨਿਯਮਾਂ ਨੂੰ, ਪਰਮਾਤਮਾ ਦੇ ਅਸੂਲਾਂ ਨੂੰ ਸਮਝ ਕੇ, ਜੋ ਵਾਹਿਗੁਰੂ ਜੀ ਦੇ ਗੁਣ ਹਨ, ਉਹਨਾਂ ਗੁਣਾਂ ਨੂੰ, ਜਿਹੜੇ ਗੁਣ ਜਪਜੀ ਸਾਹਿਬ ਵਿੱਚ ਅਸੀਂ ਪੜ੍ਹਦੇ ਹਾਂ, ਉੱਚਾ ਆਚਰਣ, ਮਨ ਦੀ ਨਿਰਭੈਤਾ, ਮਨ ਦੀ ਨਿਰਵੈਰਤਾ, ਜਤ ਪਹਾਰਾ, ਧੀਰੇ ਸੁਨਿਆਰ, ਅਹਰਣ ਮਤ, ਵੇਦ ਹਥਿਆਰ, ਪਉ ਖਲਾ, ਅਗਨ ਤਪਤਾਓ। ਇਹ ਗੁਣਾਂ ਦਾ ਸ਼ਿੰਗਾਰ ਜਦੋਂ ਮਨੁੱਖ ਕਰਦਾ, ਜੀਵ ਕਰਦਾ, ਉਦੋਂ ਉਸ ਪਰਮਾਤਮਾ ਨਾਲ ਇਹਦੀ ਸਾਂਝ ਬਣਦੀ ਹੈ, ਇਹਦਾ ਜੀਵਨ ਸਚਿਆਰਾ ਬਣਦਾ ਹੈ। ਇਹ ਘੜਿਆ ਹੋਇਆ ਜੀਵਨ ਉਸ ਪਰਮਾਤਮਾ ਨਾਲ ਫਿਰ ਮਿਲ ਜਾਂਦਾ ਹੈ। ਇਹ ਇੰਜ ਜਿਵੇਂ ਪਤਨੀ ਮਾਲਕ ਨੂੰ ਖੁਸ਼ ਕਰਨ ਵਾਸਤੇ ਆਪਣੇ ਪਤੀ ਦਾ ਹੁਕਮ ਮੰਨਦੀ ਹੈ, ਇਵੇਂ ਜੀਵ ਇਸਤਰੀ ਉਸ ਪਰਮਾਤਮਾ ਦੀ ਰਜ਼ਾ ਵਿੱਚ ਤੁਰ ਕੇ ਆਪਣੇ ਜੀਵਨ ਵਿੱਚ ਇਹ ਸ਼ਿੰਗਾਰ ਕਰਕੇ ਕਿ ਭਰਤਾ ਕਹਿ ਸੋ ਮਾਨੀਐ, ਇਹ ਸ਼ਿੰਗਾਰ ਬਣਾ ਰਹੀ। ਅਤੇ ਇਹ ਸ਼ਿੰਗਾਰ ਸਿਰਫ ਗੱਲਾਂ ਨਾਲ ਨਹੀਂ ਕਿ ਅਸੀਂ ਬਾਣੀ ਬਹੁਤ ਪੜ੍ਹਦੇ ਹਾਂ, ਅਸੀਂ ਕੀਰਤਨ ਬਹੁਤ ਸੁੰਦਰ ਕਰ ਲੈਂਦੇ ਹਾਂ, ਅਸੀਂ ਪਾਠ ਬਹੁਤ ਸੁੰਦਰ ਕਰ ਲੈਂਦੇ ਹਾਂ, ਅਸੀਂ ਕਰਮਕਾਂਡ ਬਹੁਤ ਵਧੀਆ ਕਰਦੇ ਹਾਂ, ਅਸੀਂ ਪਾਠ ਬੜੇ ਰਖਾਉਂਦੇ ਹਾਂ, ਅਸੀਂ ਅਖੰਡ ਪਾਠ ਤੇ ਹੋਰ ਕਿਤਨੀਆਂ ਹੀ ਰੀਤਾਂ ਰਸਮਾਂ ਰਿਵਾਜਾਂ ਵਿੱਚ ਰੁੱਝ ਕੇ ਇਹ ਮਨੁੱਖ ਧਰਮੀ ਹੋਣ ਦਾ ਯਤਨ ਕਰਦਾ। ਪਰ ਸਤਿਗੁਰੂ ਕਹਿੰਦੇ ਨੇ ਇਹ ਇੰਜ ਹੀ ਹੈ ਜਿਵੇਂ ਦਿਖਾਵੇ ਦਾ ਸ਼ਿੰਗਾਰ ਕਰਕੇ ਕੋਈ ਪਤਨੀ ਆਪਣੇ ਪਤੀ ਨੂੰ ਖੁਸ਼ ਕਰਨ ਦਾ ਯਤਨ ਕਰੇ। ਇੱਕ ਸਤਿਗੁਰੂ ਜੀ ਇੱਕ ਸੁਹਾਗਣ ਅਤੇ ਦੁਹਾਗਣ ਦੀ ਗੱਲ ਕਰਦਿਆਂ ਗੁਰਬਾਣੀ ਵਿੱਚ ਉਲੇਖ ਕਰਦੇ ਹਨ ਕਿ ਜੇ ਪ੍ਰਮਾਤਮਾ ਕੁਝ ਹੋਰ ਕਹੇ, ਇਹ ਜੀਵ ਕੁਝ ਹੋਰ ਕਰੇ, ਤਾਂ ਦੱਸੋ ਕਿਵੇਂ ਉਸ ਪਰਮਾਤਮਾ ਨਾਲ ਮੇਲ ਹੋਵੇਗਾ। ਪਰਮਾਤਮਾ ਦਾ ਗੁਣ ਕੁਝ ਹੋਰ ਹੈ, ਜੀਵ ਦਾ ਗੁਣ ਕੁਝ ਹੋਰ ਹੋਵੇ, ਤਾਂ ਇਹ ਕਿਵੇਂ ਉਸ ਨਾਲ ਸੰਗ ਪਾ ਸਕਦਾ ਹੈ। ਕਹੇ ਪ੍ਰਭ ਅਵਰ, ਵਾਹਿਗੁਰੂ ਕੁਝ ਹੋਰ ਕਹਿੰਦਾ, ਅਵਰ ਕਿਛ ਤੀਜੈ, ਇਹ ਕਰਦਾ ਕੁਝ ਹੋਰ ਹੈ। ਸਭ ਬਾਦ ਸ਼ਿੰਗਾਰ ਫੋਕਟ ਫੋਕਟਈਆ, ਫਿਰ ਖਾਲੀ ਬਾਦ ਵਿਵਾਦ ਹੈ, ਖਾਲੀ ਗੁਣਾਂ ਦੀ ਗੱਲ ਕਰਦਾ ਹੈ, ਗੱਲੀ ਬਾਤੀ ਤਾਂ ਉਸ ਰੱਬ ਦੇ ਗੁਣ ਬਹੁਤ ਗਾਉਂਦਾ ਹੈ, ਪਰ ਉਹਨਾਂ ਗੁਣਾਂ ਨੂੰ ਆਪਣੇ ਜੀਵਨ ਵਿੱਚ ਢਾਲਦਾ ਨਹੀਂ। ਸਭ ਬਾਦ ਸ਼ਿੰਗਾਰ ਫੋਕਟ ਫੋਕਟਈਆ, ਇਹ ਫਿਰ ਬਾਦ ਵਿਵਾਦ ਵਿੱਚ ਹੀ ਪਿਆ ਰਹਿੰਦਾ ਹੈ। ਇਹਦਾ ਸ਼ਿੰਗਾਰ ਇਹ ਸਿਰਫ ਵਾਦਾਂ ਵਿਵਾਦਾਂ ਵਿੱਚ ਉਲਝ ਜਾਂਦਾ ਹੈ, ਅਸਲ ਵਿੱਚ ਮਾਲਕ ਦੀ ਖੁਸ਼ੀ ਪ੍ਰਾਪਤ ਨਹੀਂ ਕਰਦਾ। ਕਿ ਉਹ ਸ਼ਿੰਗਾਰ ਮਿਲਣ ਕਹਿ ਤਾਈ, ਪ੍ਰਭ ਲਿਓ ਸੁਹਾਗਣ ਥੂਕ ਮੁਖ ਪਈਆ। ਜਿਵੇਂ ਨਕਲੀ ਸ਼ਿੰਗਾਰ ਕਰਕੇ ਪਤਨੀ ਆਪਣੇ ਮਾਲਕ ਨੂੰ ਖੁਸ਼ ਕਰਨ ਦਾ ਯਤਨ ਕਰੇ, ਪਰ ਮਾਲਕ ਤਾਂ ਸਿਆਣਾ ਹੈ, ਉਹ ਸਮਝ ਆਉਂਦਾ ਵੀ ਇਹ ਧੋਖਾ ਕਰ ਰਹੀ ਹੈ। ਕਈ ਵਾਰ ਪਤਨੀਆਂ ਵੀ ਆਪਣੇ ਪਤੀ ਨੂੰ ਧੋਖਾ ਦੇ ਜਾਂਦੀਆਂ ਨੇ, ਤੇ ਉਹਨੂੰ ਸਮਝ ਆਉਂਦਾ ਤੇ ਉਹ ਦੁਖੀ ਹੀ ਹੁੰਦੀ ਹੈ ਫਿਰ, ਕਿਉਂਕਿ ਉਹਦਾ ਦਿਖਾਵੇ ਦਾ ਸ਼ਿੰਗਾਰ ਹੁੰਦਾ। ਤੇ ਸਤਿਗੁਰੂ ਕਹਿੰਦੇ ਨੇ ਪਰਮਾਤਮਾ ਤਾਂ ਸੁਹਾਗਣਾ ਦਾ ਸੁਹਾਗ ਭਾਗ ਬਣਦਾ, ਪਰ ਇਹ ਐਸੀਆਂ ਜੀਵ ਇਸਤਰੀਆਂ ਜਿਹੜੀਆਂ ਉਸ ਪਰਮਾਤਮਾ ਦੇ ਹੁਕਮਾਂ ਨੂੰ ਨਹੀਂ ਮੰਨਦੀਆਂ, ਉਹਨਾਂ ਦੇ ਮੂੰਹ ਤੇ ਥੁੱਕਾਂ ਹੀ ਪੈਂਦੀਆਂ ਹਨ, ਅੰਤ ਬੇਇੱਜ਼ਤੀ ਹੀ ਸਹਾਰਨੀ ਪੈਂਦੀ ਹੈ। ਅਤੇ ਉਹ ਸ਼ਿੰਗਾਰ ਕੀ ਹੈ, ਤਾਂ ਸਤਿਗੁਰੂ ਜੀ ਉੱਤਰ ਦਿੰਦੇ ਨੇ ਗੁਰਬਾਣੀ ਦੇ ਅੰਦਰ, ਜੇ ਸ਼ਿੰਗਾਰ ਕਰਨਾ ਹੀ ਹੈ ਉਸ ਮਾਲਕ ਨੂੰ ਮਿਲਣ ਵਾਸਤੇ, ਤਾਂ ਕੀ ਕਰ, ਖਿਮਾ ਸ਼ਿੰਗਾਰ ਕਰੇ ਪ੍ਰਭ ਖੁਸ਼ੀਆਂ। ਜੇ ਪ੍ਰਭੂ ਨੂੰ ਖੁਸ਼ ਰੱਖਣਾ ਤਾਂ ਇਹ ਗੁਣ ਧਾਰਨ ਕਰ। ਖਿਮਾ ਦਾ ਗੁਣ, ਚੰਗੇ ਗੁਣਾਂ ਵਿੱਚੋਂ ਇੱਕ ਖਿਮਾ ਦਾ ਗੁਣ ਵੀ ਹੈ, ਨਿਮਰਤਾ ਦਾ ਗੁਣ ਵੀ ਹੈ। ਜੇ ਨਿਮਰਤਾ ਧਾਰਨ ਕਰਕੇ ਉਸ ਮਾਲਕ ਨੂੰ ਆਪਣੇ ਸਿਰ ਦਾ ਸਾਈਂ ਸਮਝ ਲਵੇਂ, ਗੋਸਾਈਂ ਸਮਝ ਲਵੇਂ, ਤਾਂ ਇਹ ਸੱਚ ਜਾਣੀ ਮਨ ਦੀਪਕ ਗੁਰ ਗਿਆਨ ਬਲਈਆ। ਆਪਣੇ ਮਨ ਦੇ ਅੰਦਰੋਂ
अपने हौमे नूं त्याग के गुरु ज्ञान दा दीपक अगर बाल लवे, गुरु ज्ञान दे दसे राह ते तुर पवें, तां ये समझी कि तैनूं परमात्मा दा मेल अवश हो जावेगा। ਅਤੇ ਉਹ परमात्मा दे गुण कैसे गुण ने, बाबा फरीद जी भी आखते हैं कि किहड़े गुणां नाल मैं मालक नूं मिलां, तां बाबा फरीद जी आखते हैं निवण सो अखर खवण गुण जे बा मणिया मंत ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੈ ਕੰਤ। ਜੇ ਇਹਨਾਂ ਗੁਣਾਂ ਨੂੰ ਧਾਰਨ ਕਰੇਂਗੀ ਤਾਂ ਤੈਨੂੰ ਅਵਸ਼ ਉਹ ਪ੍ਰਮਾਤਮਾ ਜੀ, ਉਹ ਵਾਹਿਗੁਰੂ ਜੀ ਦੇ ਨਾਲ ਤੇਰੀ ਸਾਂਝ ਬਣ ਆਵੇਗੀ। ਨਹੀਂ ਤਾਂ ਜੇ ਪ੍ਰਮਾਤਮਾ ਕੁਝ ਹੋਰ ਚਾਹੇ, ਪ੍ਰਮਾਤਮਾ ਕੁਝ ਹੋਰ ਕਰਨਾ ਚਾਹੇ, ਤਾਂ ਤੂੰ ਸੱਚ ਜਾਣੀ ਤੇਰਾ ਕਦੀ ਵੀ ਉਸ ਪ੍ਰਮਾਤਮਾ ਨਾਲ ਮੇਲ ਨਹੀਂ ਹੋ ਸਕਦਾ, ਜਿੰਨਾ ਚਿਰ ਪ੍ਰਮਾਤਮਾ ਦੇ ਦੱਸੇ ਉਹਨਾਂ ਗੁਣਾਂ ਨੂੰ ਤੂੰ ਆਪਣੇ ਜੀਵਨ ਦਾ ਆਸਰਾ ਨਹੀਂ ਬਣਾਉਂਦੀ। ਇੱਕ ਬੀਬੀ ਹਰ ਰੋਜ਼ ਸੰਗਤ ਵਿੱਚ ਆਪਣੀਆਂ ਸਹੇਲੀਆਂ ਨੂੰ, ਆਪਣੇ ਸਾਥਣਾਂ ਨੂੰ ਇਹ ਉਪਦੇਸ਼ ਕਰਦੀ ਹੈ, ਦੇਖੋ ਭੈਣੋ, ਦੇਖੋ ਬੀਬੀਓ, ਆਪਣੇ ਘਰ ਵਿੱਚ ਬੜੇ ਸੁੱਖ ਆਰਾਮ ਨਾਲ ਰਹਿਣ ਲਈ ਤੁਹਾਨੂੰ ਮੈਂ ਗੁਰਮੰਤਰ ਦਿੰਦੀ ਹਾਂ। ਉਹ ਉਹਨਾਂ ਨੂੰ ਬੜੀਆਂ ਚੰਗੀਆਂ ਚੰਗੀਆਂ ਗੱਲਾਂ ਸਿਖਾਉਂਦੀ ਵੀ ਹੈ ਕਿ ਦੇਖੋ ਤੁਸੀਂ ਆਪਣੇ ਮਾਲਕ ਦਾ ਹੁਕਮ ਮੰਨਿਆ ਕਰੋ, ਮਾਲਕ ਦੀ ਸੇਵਾ ਕਰਿਆ ਕਰੋ, ਘਰ-ਬਾਰ ਦੀ ਸਫਾਈ ਰੱਖਿਆ ਕਰੋ, ਬੱਚਿਆਂ ਨੂੰ ਪੜ੍ਹਾਇਆ ਕਰੋ, ਬੱਚਿਆਂ ਨੂੰ ਆਗਿਆਕਾਰ ਬਣਾਓ ਤਾਂ ਕਿ ਤੁਹਾਡਾ ਮਾਲਕ ਤੁਹਾਡੇ ਦੇ ਨਾਲ ਖੁਸ਼ ਹੋਵੇ। ਤੇ ਉਹ ਭੈਣਾਂ ਮਿਲ ਕੇ ਉਸ ਬੀਬੀ ਨੂੰ ਪੁੱਛਦੀਆਂ, ਭੈਣੇ ਕੀ ਤੂੰ ਇਹ ਸਾਰੇ ਗੁਣ ਅਪਣਾਏ ਹੋਏ ਨੇ, ਜਿਹੜੇ ਗੁਣ ਤੂੰ ਸਾਨੂੰ ਸਿਖਾ ਰਹੀ ਹੈ, ਕਿ ਇਹਨਾਂ ਗੁਣਾਂ ਦੀ ਤੂੰ ਆਪ ਵੀ ਮਾਲਕ ਹੈ? ਤਾਂ ਅੱਗੋਂ ਬੀਬੀ ਆਖਦੀ ਹੈ, ਨਹੀਂ, ਮੈਂ ਤਾਂ ਸਿਰਫ ਲੈਕਚਰ ਸਿੱਖਿਆ, ਮੈਂ ਤਾਂ ਸਿਰਫ ਕਥਾ ਸਿੱਖੀ ਹੈ, ਮੈਂ ਤਾਂ ਸਿਰਫ ਗੱਲਾਂ ਬਾਤਾਂ ਕਰਨੀਆਂ ਸਿੱਖੀਆਂ ਨੇ, ਅਜੇ ਤਾਂ ਮੇਰਾ ਵਿਆਹ ਵੀ ਨਹੀਂ ਹੋਇਆ। ਤੇ ਇੰਜ ਹੀ ਸਾਡੀ ਹਾਲਤ ਹੁੰਦੀ ਹੈ। ਅਸੀਂ ਦੂਜਿਆਂ ਨੂੰ ਉਪਦੇਸ਼ ਤਾਂ ਕਰ ਸਕਦੇ ਹਾਂ, ਦੂਜਿਆਂ ਲਈ ਚੰਗੀਆਂ ਗੱਲਾਂ ਤਾਂ ਸੁਣਾ ਸਕਦੇ ਹਾਂ, ਪਰ ਆਪਣੇ ਜੀਵਨ ਵਿੱਚ ਅਜੇ ਸਾਡਾ ਉਸ ਮਾਲਕ ਨਾਲ ਵਿਆਹ ਹੀ ਨਹੀਂ ਹੋਇਆ ਹੁੰਦਾ। ਜਿਵੇਂ ਉਹ ਜੀਵ ਇਸਤਰੀ ਆਖਦੀ ਹੈ, ਗੱਲੀ ਹੋਂ ਸੁਹਾਗਣ ਭੈਣੇ ਕੰਤ ਨਾ ਕਬਹੂ ਮੈਂ ਮਿਲਿਆ, ਮੈਨੂੰ ਤਾਂ ਕਦੀ ਕੰਤ ਮਿਲਿਆ ਹੀ ਨਹੀਂ, ਮੈਂ ਤਾਂ ਗੱਲਾਂ ਬਾਤਾਂ ਰਾਹੀਂ ਹੀ ਉਸ ਪ੍ਰਮਾਤਮਾ ਦੇ ਗੁਣਾਂ ਦਾ ਜ਼ਿਕਰ ਤੁਹਾਨੂੰ ਸੁਣਾ ਰਹੀ ਹਾਂ ਅਤੇ ਤੁਹਾਨੂੰ ਉਪਦੇਸ਼ ਕਰਦੀ ਹਾਂ। ਉਹ ਕਬੀਰ ਸਾਹਿਬ ਵੀ ਇਸੇ ਗੱਲ ਦਾ ਜ਼ਿਕਰ ਕਰਦੇ ਨੇ ਕਿ ਜੇ ਇੰਜ ਹੀ ਸਿਰਫ ਗੱਲਾਂ ਬਾਤਾਂ ਹੀ ਅਸੀਂ ਪ੍ਰਮਾਤਮਾ ਨੂੰ ਖੁਸ਼ ਕਰਨਾ ਚਾਹੀਏ ਤਾਂ ਹਰ ਨਾ ਮਿਲੇ ਜਗ ਜੀਵਨ ਗੁਸਾਈ, ਉਹ ਪ੍ਰਮਾਤਮਾ ਦਾ ਮੇਲ ਕਦੀ ਨਹੀਂ ਹੁੰਦਾ। ਭਾਈ ਡੱਲਾ ਜੀ ਦੀ ਸਾਖੀ ਸਾਡੇ ਇਤਿਹਾਸ ਵਿੱਚ ਬੜੀ ਮਸ਼ਹੂਰ ਸਾਖੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਭਾਈ ਡੱਲਾ ਆਖਦੇ ਨੇ, ਪਾਤਸ਼ਾਹ ਮੈਂ ਵੇਖਿਆ ਤੁਹਾਡੇ ਉੱਪਰ ਪਹਾੜੀ ਰਾਜਿਆਂ ਨੇ ਬੜੇ ਹਮਲੇ ਕੀਤੇ ਨੇ, ਮੈਂ ਵੇਖਿਆ ਸੁਣਿਆ ਕਿ ਤੁਹਾਡੇ ਉੱਪਰ ਮੁਗਲਾਂ ਨੇ ਵੀ ਹਮਲੇ ਕੀਤੇ ਨੇ ਅਤੇ ਤੁਹਾਡੇ ਪਰਿਵਾਰ ਦਾ, ਤੁਹਾਡੇ ਸਿੱਖਾਂ ਦਾ ਬਹੁਤ ਨੁਕਸਾਨ ਵੀ ਹੋਇਆ ਉਹਨਾਂ ਜੰਗਾਂ ਦੇ ਅੰਦਰ। ਕਾਸ਼ ਮੇਰੇ ਜਵਾਨ ਤੁਹਾਡੀ ਫੌਜ ਵਿੱਚ ਭਰਤੀ ਹੁੰਦੇ, ਮੇਰੇ ਜਵਾਨ ਤੁਹਾਡੇ ਨਾਲ ਉਸ ਵਕਤ ਹੁੰਦੇ ਤਾਂ ਤੁਹਾਡਾ ਇਹ ਨੁਕਸਾਨ ਕਦੀ ਨਾ ਹੁੰਦਾ। ਇਹ ਗੱਲਾਂ ਭਾਈ ਡੱਲੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਖੀਆਂ ਤੇ ਸਤਿਗੁਰੂ ਸਮਝਦੇ ਸਨ ਜੀਵਨ ਜਾਚ ਨੂੰ। ਅੰਤਰਜਾਮੀ ਸਤਿਗੁਰੂ ਕਹਿਣ ਲੱਗੇ, ਡੱਲਿਆ ਕੋਈ ਗੱਲ ਨਹੀਂ, ਅਜੇ ਬੜਾ ਸਮਾਂ ਪਿਆ ਜ਼ਿੰਦਗੀ ਦਾ, ਉਹ ਵੀ ਲੋੜ ਪੈ ਜਾਏਗੀ, ਜਦੋਂ ਤੇਰੀ ਲੋੜ ਪਈ ਅਸੀਂ ਤੈਨੂੰ ਵੀ ਨਾਲ ਸ਼ਾਮਲ ਕਰ ਲਵਾਂਗੇ। ਸਮਾਂ ਆਇਆ ਤੇ ਇੱਕ ਬੰਦੂਕ ਕਿਸੇ ਨੇ ਆ ਕੇ ਸਤਿਗੁਰਾਂ ਨੂੰ ਭੇਟਾ ਕੀਤੀ। ਸਤਿਗੁਰੂ ਜੀ ਨੇ ਡੱਲੇ ਦੀ ਪਰਖ ਵਾਸਤੇ ਡੱਲੇ ਨੂੰ ਬੁਲਾ ਖਲਿਆ। ਡੱਲਾ ਬੜਾ ਖੁਸ਼ ਹੋਇਆ ਕਿ ਮੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੁਲਾਇਆ ਤੇ ਕਹਿਣ ਲੱਗੇ, ਡੱਲਿਆ ਇੱਕ ਬਹੁਤ ਵਧੀਆ ਬੰਦੂਕ ਕਿਸੇ ਨੇ ਭੇਟਾ ਕੀਤੀ ਹੈ, ਇਸ ਦਾ ਨਿਸ਼ਾਨਾ ਪਰਖਣਾ ਤੇ ਲਿਆ ਕੋਈ ਆਪਣੇ ਨੌਜਵਾਨ, ਲਿਆ ਕੋਈ ਆਪਣੇ ਜਵਾਨ ਫੌਜੀ ਜਿਹੜੇ ਮੇਰੀ ਇਸ ਗੋਲੀ ਦਾ ਨਿਸ਼ਾਨਾ ਬਣ ਸਕਣ। ਡੱਲਾ ਤਾਂ ਪਹਿਲਾਂ ਹੈਰਾਨ ਹੋ ਗਿਆ, ਕਹਿਣ ਲੱਗਾ, ਪਾਤਸ਼ਾਹ ਬੰਦਿਆਂ ਦੇ ਉੱਪਰ ਗੋਲੀ ਦਾ ਨਿਸ਼ਾਨਾ ਥੋੜਾ ਪਰਖਿਆ ਜਾਂਦਾ ਹੈ, ਇਹ ਤਾਂ ਕਿਸੇ ਹੋਰ ਨਿਸ਼ਾਨੇ ਤੇ ਵੀ ਇਹਦੀ ਪਰਖ ਕੀਤੀ ਜਾ ਸਕਦੀ ਹੈ। ਤੇ ਸਤਿਗੁਰੂ ਕਹਿਣ ਲੱਗੇ, ਨਹੀਂ ਡੱਲਿਆ, ਮੈਂ ਚਾਹੁੰਦਾ ਹਾਂ ਮੇਰੇ ਸਾਹਮਣੇ ਕੋਈ ਜਵਾਨ ਖੜਾ ਹੋਵੇ, ਮੈਂ ਉਸ ਦੇ ਉੱਪਰ ਇਸ ਗੋਲੀ ਦਾ ਨਿਸ਼ਾਨਾ ਪਰਖ ਕੇ ਵੇਖਾਂ ਇਹ ਜਿਹੜੀ ਬੰਦੂਕ ਹੈ ਕਿਹੋ ਜਿਹਾ ਨਿਸ਼ਾਨਾ ਲਗਾ ਸਕਦੀ ਹੈ। ਡੱਲਾ ਘਬਰਾ ਗਿਆ, ਪਰ ਸਤਿਗੁਰਾਂ ਦੇ ਅੱਗੇ ਸ਼ਰਮਸਾਰ ਵੀ ਸੀ, ਕਿਉਂਕਿ ਕਹਿ ਬੈਠਾ ਸੀ ਕਿ ਮੇਰੇ ਜਵਾਨ ਤੁਹਾਡੇ ਨਾਲ ਹੁੰਦੇ। ਉਹਨੇ ਜਾ ਕੇ ਸਤਿਗੁਰਾਂ ਦੇ ਕਹਿਣ ਤੇ ਕਿ ਜਾ ਕੇ ਪੁੱਛ ਤਾਂ ਵੇਖ, ਸ਼ਾਇਦ ਕੋਈ ਜਵਾਨ ਤਿਆਰ ਹੋ ਜਾਏ। ਭਾਈ ਡੱਲਾ ਨੇ ਜਾ ਕੇ ਆਪਣੇ ਜਵਾਨਾਂ ਨੂੰ ਆਖਿਆ, ਵੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੰਦੂਕ ਪਰਖਣੀ ਹੈ, ਬੰਦੂਕ ਦਾ ਨਿਸ਼ਾਨਾ ਵੇਖਣਾ, ਆਓ ਕੋਈ ਜਵਾਨ ਅੱਗੇ ਨਿਸ਼ਾਨੇ ਦੇ ਸਾਹਮਣੇ ਖੜਾ ਹੋਣ ਵਾਲਾ। ਉਹਦੇ ਸਾਰੇ ਜਿਹੜੇ ਫੌਜੀ ਸਨ ਉਹ ਇਨਕਾਰ ਕਰ ਗਏ ਤੇ ਆ ਕੇ ਕਹਿਣ ਲੱਗਾ, ਪਾਤਸ਼ਾਹ ਕੋਈ ਫੌਜੀ ਨਹੀਂ ਮੰਨਦਾ, ਸਾਰੇ ਆਖਦੇ ਨੇ ਕਿ ਇਹ ਕਿਹੜੀ ਗੱਲ ਹੋਈ, ਬੰਦੂਕ ਦਾ ਨਿਸ਼ਾਨਾ ਥੋੜਾ ਪਰਖਿਆ ਜਾਂਦਾ। ਤਾਂ ਸਤਿਗੁਰਾਂ ਨੇ ਕੌਤਕ ਵਰਤਾਇਆ, ਭਾਈ ਡੱਲੇ ਨੂੰ ਆਖਿਆ, ਜਾ ਤਬੇਲੇ ਵਿੱਚ ਮੇਰੇ ਕੋਈ ਸਿੱਖ ਹੋਣੇ ਨੇ, ਉਹਨਾਂ ਨੂੰ ਬੁਲਾ ਕੇ ਲਿਆ ਕਿ ਆਓ। ਗੁਰੂ ਗੋਬਿੰਦ ਸਿੰਘ ਨੇ ਬੁਲਾਇਆ। ਦੋ ਪਿਤਾ ਪੁੱਤਰ ਤਬੇਲੇ ਵਿੱਚ ਘੋੜਿਆਂ ਦੀ ਸੇਵਾ ਕਰ ਰਹੇ ਨੇ। ਜਾ ਆਵਾਜ਼ ਲਗਾਈ ਡੱਲੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਆਪ ਨੂੰ ਬੁਲਾਉਂਦੇ ਹਨ, ਬੰਦੂਕ ਦੇ ਪਰਖ ਕਰਨੀ ਹੈ। ਦੋਨਾਂ ਨੇ ਆਵਾਜ਼ ਸੁਣੀ, ਦੋਨੋਂ ਦੌੜ ਪਏ
ਅਤੇ ਸਤਿਗੁਰਾਂ ਦੇ ਅੱਗੇ ਆ ਕੇ ਖੜੇ ਹੋ ਗਏ। ਸਤਿਗੁਰੂ ਕਹਿਣ ਲੱਗੇ ਅੱਗੇ ਖੜੇ ਹੋ ਜਾਓ, ਦੋਨੋਂ ਕਦੀ ਪਿਤਾ ਅੱਗੇ ਹੁੰਦਾ, ਕਦੀ ਪੁੱਤਰ ਅੱਗੇ ਹੁੰਦਾ। ਸਤਿਗੁਰੂ ਜੀ ਕਹਿਣ ਲੱਗੇ ਕੋਈ ਨਹੀਂ, ਘਬਰਾਓ ਨਾ, ਦੋਨੋਂ ਖੜੇ ਹੋ ਜਾਓ, ਮੈਂ ਦੋਨਾਂ ਤੇ ਨਿਸ਼ਾਨਾ ਪਰਖ ਲਵਾਂਗਾ। ਸਤਿਗੁਰੂ ਤਾਂ ਸਿਰਫ ਡੱਲੇ ਨੂੰ ਇਹ ਸਮਝਾਉਣਾ ਚਾਹੁੰਦੇ ਸਨ ਕਿ ਡੱਲਿਆ ਵੇਖ, ਜਿਹੜਾ ਹੁਕਮ ਮੰਨਦਾ ਹੈ, ਜਿਹੜਾ ਗੁਰੂ ਦਾ ਪਿਆਰਾ ਬਣਦਾ ਹੈ, ਜਿਹੜਾ ਗੁਰੂ ਦੇ ਕੌਤਕਾਂ ਨੂੰ ਜਾਣਦਾ ਹੈ, ਜਿਹੜਾ ਗੁਰੂ ਲਈ ਆਪਣੀ ਜਾਨ ਨਿਛਾਵਰ ਕਰਦਾ ਹੈ, ਜਿਹੜਾ ਗੁਰੂ ਨੂੰ ਆਪਣਾ ਤਨ ਮਨ ਧਨ ਸਭ ਸੌਂਪ ਗੁਰਕੋ ਦੇ ਰਾਹ ਤੇ ਤੁਰਦਾ ਹੈ, ਉਹ ਕਿੰਤੂ ਪਰੰਤੂ ਨਹੀਂ ਕਰਦਾ। ਵੇਖ, ਗੋਲੀ ਦਾ ਨਿਸ਼ਾਨਾ ਸਤਿਗੁਰਾਂ ਨੇ ਦੋਨਾਂ ਦੇ ਸਿਰ ਤੋਂ ਗੋਲੀ ਉੱਪਰ ਚਲਾ ਕੇ ਦੋਨਾਂ ਸਿੱਖਾਂ ਨੂੰ ਆਪਣੀ ਕਲਵਕੜੀ ਵਿੱਚ ਲੈ ਲਿਆ। ਕਿ ਡੱਲਾ ਪਰੇਸ਼ਾਨ ਹੋ ਗਿਆ ਕਿ ਸੱਚਮੁੱਚ ਗੁਰੂ ਦੇ ਸਿੱਖ ਮਹਾਨ ਨੇ, ਜਿਹੜੇ ਆਪਣੇ ਗੁਰੂ ਦੇ ਹਰ ਹੁਕਮ ਦੀ ਪਾਲਣਾ ਕਰਦੇ ਨੇ। ਅਸਲ ਵਿੱਚ ਸਿੱਖੀ ਜੀਵਨ ਹੈ ਹੀ ਹੁਕਮ ਦੀ ਪਾਲਣਾ। ਅਸਲ ਵਿੱਚ ਸਿੱਖੀ ਜੀਵਨ ਦਾ ਮੁੱਖ ਧੁਰਾ ਹੀ ਹੈ ਕਿ ਅਸੀਂ ਗੁਰੂ ਦੇ ਹੁਕਮ ਤੇ ਤੁਰਦਿਆਂ ਤੁਰਦਿਆਂ ਉਸ ਰੱਬ ਦੇ ਹੁਕਮਾਂ ਨੂੰ ਸਮਝੀਏ ਅਤੇ ਉਹਨਾਂ ਹੁਕਮਾਂ ਤੇ ਚੱਲਦਿਆਂ ਆਪਣੇ ਜੀਵਨ ਦੀ ਘਾੜਤ ਕਰੀਏ। ਫਿਰ ਪਰਮਾਤਮਾ ਸਾਡੇ ਤੋਂ ਦੂਰ ਨਹੀਂ, ਪਰਮਾਤਮਾ ਸਾਡੇ ਅੰਗ ਸੰਗ ਹੁੰਦਾ ਹੈ। ਅਗਲੇ ਬੰਦ ਵਿੱਚ ਭਗਤ ਕਬੀਰ ਜੀ ਇਸ ਗੱਲ ਦਾ ਜ਼ਿਕਰ ਕਰਦੇ ਹਨ, ਤਨ ਫਿਰ ਏਕੈ ਸੰਗ ਬਸੇਰਾ, ਸੇਜ ਏਕ ਪੈ ਮਿਲਨ ਦੋਹੇਰਾ। परमात्मा साढ़े तो दूर नहीं है, अंग संग है। धन फिर का एक ही संग वासा, पति पत्नी का संग इकट्ठा ही है। जीवात्मा ते परमात्मा अलग अलग नहीं, वो साढ़े अंदर ही है। ये वखरी गल है कि असी भुलेखे विच पै के माया के शिकार होके परमात्मा नूं बाहरों ढूंढण लग पैंदे हां। पर जदों गुरु परमेश्वर गुरु कृपा करदा है, सानूं अपने अंदरों ही परमात्मा दे दर्शन करवा दिंदा है, उदों समझ आ जाती है। गुरु रामदास पातशाह जी कहते हैं, धन फिर का एक ही संग वासा, विच हौमै भीत करारी। सिर्फ हौमै दी एक पतली जी कंध है, जिहड़ी भंभीरी दे पत्तर दी तरह, भंभीरी दे पंख दी तरह, जिस विचों पहाड़ दिखाई नहीं दिंदा। बस जदों ये पर्दा हट जाता है, ये हौमै दा पर्दा निकल जाए, जीव आत्मा अते उस परमात्मा दा मेल उसी वक्त हो जाता है। धन फिर एक है संग बसेरा, है दोनों इकट्ठे रहंदे ने, लेकिन संसारिक मोह माया विच फस के ये जीव परमात्मा नूं बाहर ढूंढदा है। पर जदों बाहर ढूंढदा है तो दुखी हुंदा है, क्योंकि परमात्मा बाहर तो नहीं, वो तो अंदर ही वस रहे। ते बाहर ढूंढण ते छूट परे किवें बचेगा, गुर घर ही माहे दिखाया। जदों गुरु किरपा करके साडे अंदर वसदे परमात्मा नाल साडी साझ बनाउंदा है, उदों ये समझ आ जाती है, सेज एक पै मिलन दोहेरा। असीं तां इकट्ठे ही सां, असीं एवें ही अपने आप नूं परमात्मा तो दूर रखे। परमात्मा तो साढ़े अंग संग है, गुर मेरा संग सदा है नाले, सिमर सिमर तू सदा संभाले। तो सतगुरु कहते हैं ये इंज है बस पर्दा थोड़ा जिहा, हों भीत भयो है बीचो। एक हौमै दी कंध साढ़े अते परमात्मा विच पई हुई है। सुनत देश निकटायो, सुनते तां कि परमात्मा नेड़े ही है, पर हौमै दा पर्दा सानूं ये भुलेखा पाई रखदा है कि परमात्मा साढ़े तो दूर है, परमात्मा साढ़े तो परे है। वो सत्तां आकाशां ते सत्तां पतालां विच है। भांभीरी के पात परदो बिन पेखे दूर आयो। बिना वेखिया ही सानूं इंज लगदा है कि परमात्मा ते साढ़े कोलों बहुत दूर है। पर जदों वो मालिक किरपा करे, वो वाहिगुरू दी किरपा दे पात्र बन जाइए, तां सतगुरु कहंदे ने, पयो किरपाल सर्ब को ठाकुर सगरो दुख मिटायो। जदों मालिक की किरपा हो जाए, फिर साढ़े ये विछोड़े दे दुख मिट जाते हैं। अते कहो नानक हौमै भीत गुर खोई, तो दयार बीठ लो पायो। फिर वो दया करने वाला मालिक साड़ी जिंद विच आण वसदा है, साढ़े अंदर वसदा वो मालिक दिखाई देन लगता है। क्योंकि साढ़े जीवन, साड़ा मनुखी जीवन अते परमात्मा साढ़े तो वख नहीं, साढ़े अंदर ही वस रहा है। एका सेज विछी धन कंता, धन सूती फिर सत जागंता, पीओ मधुरो धन मतवंता, धन जागै जे फिर बोलंता। बस उसनूं बुलाण दी लोड़ है। ये भी उस अगे अरदास ही करनी है, वाहिगुरू किरपा कर सानू अपने नाल जोड़ लै। धन फिर ये ना आखी बहन इकट्ठे होए, एक जोत दोए मूर्ति, धन फिर कही सोए। इहो जिहे धन फिर बनन वास्ते सतगुरु दे अगे चलना ते अरदास करिए, क्योंकि वो आप वाहिगुरू सानू जदों बुलाएगा, सानू बुलाउंदा है, उदों ही असीं उस नाल मिल पैंदे हां, भाव उहदी बख्शिश हो जाती है, वाहिगुरू की किरपा के पात्र बन जाते हैं। उदों सानू वो अपने तो दूर नहीं, साढ़े अंग संग ही, साढ़े अंदर वसदा ही प्रतीत होने लगता है। आखिरी बंद विच भगत कबीर साहब जी फरमाउंदे हन, धन सुहागण
जो पिय पावै, कह कबीर फिर जन्म न आवै। ਉਹ ਜੀਵ ਇਸਤਰੀਆਂ ਸੁਹਾਗਣਾਂ ਨੇ ਜਿਹੜੀਆਂ ਆਪਣੇ ਪੀਆ ਨੂੰ, ਆਪਣੇ ਪ੍ਰੀਤਮ ਨੂੰ ਭਾ ਜਾਂਦੀਆਂ ਨੇ। ਧੰਨ ਸੁਹਾਗਣ ਉਹ ਸੁਹਾਗਣਾਂ ਨੇ ਜੋ ਆਪਣੇ ਮਾਲਕ ਨੂੰ ਭਾਉਂਦੀਆਂ ਨੇ। ਕਹਿ ਕਬੀਰ ਫਿਰ ਜਨਮ ਨਾ ਆਵੇ, ਕਬੀਰ ਜੀ ਆਖਦੇ ਹਨ ਫਿਰ ਉਹ ਜੀਵ ਕਦੀ ਜਨਮ ਮਰਨ ਦੇ ਗੇੜ ਵਿੱਚ, ਆਵਾਗਮਨ ਦੇ ਗੇੜ ਵਿੱਚ ਨਹੀਂ ਆਉਂਦੀਆਂ। ਉਹ ਜੀਵਨ ਸੁਹਾਗਣਾ ਹੋ ਜਾਂਦੀਆਂ ਨੇ ਅਤੇ ਉਹਨਾਂ ਦਾ ਦੁਹਾਗਣਾ ਵਾਲਾ ਜੋ ਔਗਣ ਹੈ ਉਹ ਮਿਟ ਜਾਂਦਾ ਹੈ। ਸੁਹਾਗਣੀ ਅਤੇ ਦੁਹਾਗਣ ਦਾ ਇਹੋ ਜਿਹਾ ਸਰੂਪ ਹੈ। ਸੁਹਾਗਣ ਬਣਨਾ ਤੇ ਦੁਹਾਗਣਾ ਦੇ ਗੁਣ ਤਿਆਗਣੇ ਨੇ। ਤੇ ਸਤਿਗੁਰੂ ਜੀ ਬਾਣੀ ਵਿੱਚ ਆਖਦੇ ਹਨ, ਸੁਹਾਗਣੀ ਕਿਆ ਕਰਮ ਕਮਾਇਆ, ਪੂਰਬ ਲਿਖਿਆ ਫਲ ਪਾਇਆ, ਨਦਰ ਕਰੇ ਕੈ ਆਪਣੀ, ਆਪੇ ਲੈ ਮਿਲਾਏ। ਇਹ ਸੁਹਾਗਣ ਦਾ ਕਿ ਉਹ ਮਾਲਕ ਤੇ ਭਰੋਸਾ ਕਰਦੀਆਂ ਨੇ, ਵਾਹਿਗੁਰੂ ਤੇ ਜੀਵ ਦਾ ਭਰੋਸਾ ਰਵੇ। ਇਹ ਭਰੋਸਾ ਬਣ ਗਿਆ ਕਿ ਮਾਲਕ ਸਾਡੇ ਸਿਰ ਤੇ ਹੈ। ਇਹ ਭਰੋਸਾ ਹੈ ਕਿ ਉਹ ਅੰਗ ਸੰਗ ਹੈ, ਫਿਰ ਕੋਈ ਦੁੱਖ ਨਹੀਂ। ਫਿਰ ਦੁੱਖਾਂ ਵਿੱਚ ਵੀ ਸੁੱਖ ਮਨਾਉਣ ਦੀ ਜਾਚ ਆ ਜਾਂਦੀ ਹੈ। ਜਦੋਂ ਮਾਲਕ ਅੰਗ ਸੰਗ ਹੋਵੇ ਫਿਰ ਕਾਹਦਾ ਡਰ ਹੈ। ਸ਼ੇਰ ਦੀ ਸੰਗਤ ਵਿੱਚ ਰਹਿ ਕੇ ਫਿਰ ਗਿੱਦੜਾਂ ਤੋਂ ਮਨੁੱਖ ਨਹੀਂ ਡਰਦਾ। ਇਹ ਸੁਹਾਗਣ ਦਾ ਗੁਣ ਹੈ। ਪਰ ਦੁਹਾਗਣ ਜੀਵ ਇਸਤਰੀ ਕਰਦੀ ਕੀ ਹੈ, ਇਹ ਜਗਤ ਭਰਮ ਭੁਲਾਇਆ, ਆਪੋਂ ਤੁਧ ਖੁਆਇਆ, ਪ੍ਰਤਾਪ ਲੱਗਾ ਦੁਹਾਗਣੀ, ਭਾਗ ਜਨਾ ਕਹਿਣਾ ਹੈ ਜੀ। ਜਿਨ੍ਹਾਂ ਦੇ ਹਿਰਦੇ ਭਾਗਾਂ ਵਿੱਚ, ਜਿਨ੍ਹਾਂ ਦੇ ਭਾਗਾਂ ਵਿੱਚ ਗੁਰੂ ਦੇ ਉਪਦੇਸ਼ਾਂ ਤੇ ਤੁਰਨਾ ਨਹੀਂ ਲਿਖਿਆ, ਜਿਨ੍ਹਾਂ ਦੇ ਭਾਗਾਂ ਵਿੱਚ ਸਤਿਗੁਰੂ ਦੇ ਉਪਦੇਸ਼ ਨੂੰ ਮੰਨਣ ਦੀ ਜਾਚ ਨਹੀਂ ਆਈ, ਉਹਨਾਂ ਦੀ ਜੀਵਨ ਸ਼ੈਲੀ ਵਿੱਚ ਗੁਰੂ ਦੇ ਬਚਨਾਂ ਦੀ ਕਮਾਈ ਕਰਨ ਦਾ ਅਜੇ ਢੰਗ ਤਰੀਕਾ ਨਹੀਂ ਆਇਆ, ਉਹ ਤਾਂ ਫਿਰ ਜੀਵ ਇਸਤਰੀਆਂ ਆਪਣੀ ਹਉਮੈ ਵਿੱਚ ਹੀ ਤੁਰਦੀਆਂ ਹਨ। ਬਾਹਰੋਂ ਤਾਂ ਧਰਮੀ ਜਾਪਦੀਆਂ ਹਨ, ਬਾਹਰੋਂ ਤਾਂ ਸਿੱਖ ਜਾਪਦੀਆਂ ਨੇ, ਪਰ ਅੰਦਰ ਅਜੇ ਕਪਟ ਹੀ ਹੁੰਦਾ ਹੈ। ਤੇ ਉਹਨਾਂ ਦੁਹਾਗਣਾਂ ਦੀ ਨਿਸ਼ਾਨੀ ਕੀ ਹੈ, ਕਿਵੇਂ ਪਤਾ ਚੱਲੇ ਕਿ ਇੱਕੋ ਜਗ੍ਹਾ ਤੇ ਰਹਿੰਦੇ ਆ ਦੁਹਾਗਣ ਕੌਣ ਹੈ ਤੇ ਸੁਹਾਗਣ ਕੌਣ ਹੈ? ਤਾਂ ਸਤਿਗੁਰੂ ਜੀ ਉੱਤਰ ਦਿੰਦੇ ਹਨ, ਦੁਹਾਗਣੀ ਕਿਆ ਨਿਸ਼ਾਨੀ ਹੈ। ਜਿਵੇਂ ਸੁਹਾਗਣ ਦੀ ਨਿਸ਼ਾਨੀ ਸੀ ਕਿ ਉਹ ਪਰਮਾਤਮਾ ਤੇ ਭਰੋਸਾ ਕਰਦੀਆਂ ਨੇ, ਨਦਰ ਕਰੇ ਕੈ ਆਪਣੀ, ਆਪੇ ਲੈ ਮਿਲਾਏ। ਜੇ ਭਰੋਸਾ ਕਰਦੀਆਂ ਨੇ ਕਿ ਮੇਰਾ ਕੰਮ ਹੈ ਉਸ ਨੂੰ ਯਾਦ ਕਰਨਾ, ਤੇ ਉਹ ਆਪ ਹੀ ਜਦੋਂ ਮੇਰੇ ਅੰਦਰ ਇਹ ਗੁਣ ਆ ਜਾਣਗੇ ਮੈਨੂੰ ਮੇਰੇ ਨਾਲ ਸਾਂਝ ਪਾ ਲਏਗਾ। ਪਰ ਦੁਹਾਗਣੀ ਇਸਤਰੀ ਕੀ ਕਰਦੀ ਹੈ? ਦੁਹਾਗਣੀ ਕਿਆ ਨਿਸ਼ਾਨੀਆਂ, ਖਸਬੋਂ ਕੁੱਤੀਆਂ ਫਿਰੈ ਨਿਮਾਣੀਆਂ। ਉਹ ਮਾਲਕ ਤੋਂ ਵਿਛੜੀਆਂ ਰਹਿੰਦੀਆਂ ਹਨ। ਮੈਲੇ ਵੇਸ ਤਿਨ ਕਾਮਣੀ, ਦੁਖੀ ਰਹਿਣ ਵਹਾਏ ਜੀਵ। ਉਹ ਬਾਹਰੋਂ ਤਾਂ ਧਰਮੀ ਜਾਪਦੀਆਂ ਨੇ, ਪਰ ਅੰਦਰ ਕਪਟ ਹੀ ਹੁੰਦਾ ਹੈ, ਅੰਦਰ ਵਿਕਾਰਾਂ ਦੀ ਮੈਲ ਜੰਮੀ ਹੁੰਦੀ ਹੈ। ਇਸ ਲਈ ਉਹ ਹਮੇਸ਼ਾ ਆਪਣੇ ਜੀਵਨ ਰੂਪੀ ਰਾਤ ਨੂੰ ਦੁਖੀ ਹੀ ਬਿਤਾਉਂਦੀਆਂ ਹਨ। ਤੋਂ ਸਤਿਗੁਰੂ ਜੀ ਬਖਸ਼ਿਸ਼ ਕਰਨ, ਸਾਡੇ ਜੀਵਨ ਵਿੱਚ ਵੀ ਅਸੀਂ ਸੁਹਾਗਣਾ ਵਾਲਾ ਗੁਣ ਅਪਣਾ ਲਈਏ। ਹੁਕਮ ਜਿਨ੍ਹਾਂ ਨੂੰ ਮਨਾਇਆ, ਤਿਨ ਅੰਤਰ ਸ਼ਬਦ ਵਸਾਇਆ। ਜਿਨ੍ਹਾਂ ਨੂੰ ਹੁਕਮ ਮੰਨਣ ਦੀ ਜਾਚ ਆ ਗਈ, ਉਹ ਹੁਕਮ ਮੰਨਣ ਤੇ ਤੁਰ ਪਈਆਂ। ਉਹ ਆਪਣੇ ਜੀਵਨ ਦੇ ਅੰਦਰ ਸ਼ਬਦ ਰਾਹੀਂ ਆਪਣੇ ਅੰਦਰ ਸ਼ਬਦ ਨੂੰ ਵਸਾ ਲੈਂਦੀਆਂ ਹਨ। ਸਈਆਂ ਸੇ ਸੁਹਾਗਣੀ, ਜਿਨ ਸ਼ਹਿ ਨਾਲ ਪਿਆਰ ਦੀ। ਉਹ ਜੀਵ ਇਸਤਰੀਆਂ ਅਸਲ ਵੀ ਸੁਹਾਗਣਾ ਨੇ, ਜਿਨ੍ਹਾਂ ਦਾ ਪਿਆਰ ਆਪਣੇ ਮਾਲਕ ਨਾਲ ਬਣ ਗਿਆ ਅਤੇ ਇਹ ਪਿਆਰ ਉਹਦੇ ਹੁਕਮਾਂ ਤੇ ਤੁਰਿਆਂ, ਉਹਦੀ ਰਜ਼ਾ ਵਿੱਚ ਤੁਰਿਆਂ ਹੀ ਪ੍ਰਾਪਤ ਹੁੰਦਾ ਹੈ। ਭਾਈ ਗੁਰਦਾਸ ਜੀ ਦਾ ਇੱਕ ਉਲੇਖ ਕਰਕੇ ਸ਼ਬਦ ਦੀ ਸਮਾਪਤੀ ਕਰਦੇ ਹਨ। ਭਗਤ ਭਾਈ ਗੁਰਦਾਸ ਜੀ ਆਖਦੇ ਹਨ ਕਿ ਜੇ ਰਸਤੇ ਤੇ ਤੁਰਦੇ ਹਾਂ, ਕਿਸੇ ਨੂੰ ਰਾਹ ਪੁੱਛੀਏ, ਰਾਹ ਪੁੱਛਦੇ ਰਹੀਏ, ਸਾਰਾ ਦਿਨ ਪੁੱਛੀਏ, ਪਰ ਚਲੀਏ ਨਾ ਤਾਂ ਆਪਣੀ ਮੰਜ਼ਿਲ ਤੇ ਨਹੀਂ ਪਹੁੰਚਿਆ ਜਾ ਸਕਦਾ। ਜੇ ਕਿਸੇ ਡਾਕਟਰ ਨੂੰ ਅਸੀਂ ਦਵਾ ਦਾਰੂ ਪੁੱਛੀਏ, ਆਪਣੀ ਬਿਮਾਰੀ ਦਾ ਇਲਾਜ ਕਰਾਈਏ, ਪਰ ਉਸ ਤੇ ਅਮਲ ਨਾ ਕਰੀਏ, ਡਾਕਟਰ ਦੀ ਦੱਸੀ ਸਲਾਹ ਤੇ ਕੰਮ ਨਾ ਕਰੀਏ, ਤਾਂ ਕਦੀ ਵੀ ਅਰੋਗ ਜੀਵਨ ਪ੍ਰਾਪਤ ਨਹੀਂ ਕਰ ਸਕਦੇ। ਇਵੇਂ ਜੇ ਕਿਸੇ ਗੁਰਮੁਖ ਨੂੰ, ਕਿਸੇ ਪਿਆਰੇ ਨੂੰ, ਕਿਸੇ ਸਤਸੰਗੀ ਨੂੰ ਪਰਮਾਤਮਾ ਦੇ ਮਿਲਣ ਦਾ ਰਾਹ ਪੁੱਛੀਏ, ਸੁਹਾਗਣਾ ਵਾਲੇ ਗੁਣ ਪੁੱਛੀਏ, ਜਿਵੇਂ ਇੱਕ ਦੁਹਾਗਣ ਜੀਵ ਇਸਤਰੀ ਸੁਹਾਗਣ ਨੂੰ ਰਾਹ ਤਾਂ ਪੁੱਛਦੀ ਹੈ, ਪਰ ਉਸਦੇ ਰਾਹ ਤੇ ਅਮਲ ਨਹੀਂ ਕਰਦੀ, ਉਹ ਕਦੀ ਵੀ ਸੁਹਾਗਣ ਨਹੀਂ ਬਣ ਸਕਦੀ। ਇਵੇਂ ਹੀ ਇਹ ਜੀਵ ਵੀ ਉਸ ਮਾਲਕ ਨੂੰ ਮਿਲਣ ਦੇ ਰਾਹ ਤਾਂ ਪੁੱਛਦਾ ਹੈ ਗੁਰਬਾਣੀ ਤੋਂ, ਬਾਣੀ ਦਾ ਪਾਠ ਵੀ ਕਰਦਾ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ, ਗਾਏ ਗਾਉਂਦਾ ਹੈ, ਸੁਣੈ ਸੁਣਦਾ ਹੈ, ਆਂਖੇ ਮੀਚੈ, ਬੜੀਆਂ ਅੱਖਾਂ ਬੰਦ ਕਰਕੇ ਬਾਣੀ ਨਾਲ ਜੁੜਨ ਦਾ ਇਹ ਕਰਮ ਕਰਦਾ ਹੈ। ਗਾਏ ਸੁਣੈ ਆਂਖੇ ਮੀਚੈ, ਪਾਈਐ ਨਾ ਪਰਮ ਪਦ। ਉਹ ਪਰਮਾਤਮਾ ਦੇ ਮੇਲ ਦੀ ਅਵਸਥਾ, ਉਹ ਸੁਹਾਗਣਾ ਵਾਲੀ ਅਵਸਥਾ ਜਿਹੜੀ ਜਗਤ ਦੇ ਮਾਲਕ ਨਾਲ ਮਿਲਿਆ ਬਣਨੀ ਹੈ, ਜਿਹੜੀ ਫਿਰ ਅਤੇ ਉਸ ਜੀਵ ਇਸਤਰੀ ਨਾਲ ਮੇਲ ਦੀ ਅਵਸਥਾ ਬਣਨੀ ਹੈ, ਉਹ ਨਹੀਂ ਬਣ ਪਾਉਂਦੀ। ਗਾਏ ਸੁਣੈ ਆਂਖੇ ਮੀਚੈ, ਪਾਈਐ ਨਾ ਪਰਮ ਪਦ। ਕਦੋਂ ਤੱਕ? ਗੁਰ ਉਪਦੇਸ਼ ਗਹਿ, ਜੌਲੋ ਨਾ ਕਮਾਈਐ। ਜਿੰਨਾ ਚਿਰ ਗੁਰੂ ਦੇ ਉਪਦੇਸ਼ਾਂ ਤੇ ਤੁਰ ਕੇ, ਉਹਨਾਂ ਦੀ ਕਮਾਈ ਕਰਕੇ, ਉਹਨਾਂ ਨੂੰ ਆਪਣੇ ਜੀਵਨ ਢਾਲ ਕੇ
ਉਹਨਾਂ ਗੁਣਾਂ ਦਾ ਸ਼ਿੰਗਾਰ ਨਹੀਂ ਕਰਦੇ, ਉਹਨਾਂ ਚਿਰ ਇਸ ਜੀਵ ਦਾ ਉਸ ਪ੍ਰਮਾਤਮਾ ਨਾਲ ਮੇਲ ਨਹੀਂ ਹੁੰਦਾ। ਉਹਨਾਂ ਚਿਰ ਇਹ ਜਿਹੜਾ ਪ੍ਰਮਾਤਮਾ ਦਾ ਮੇਲ ਹੈ ਇਹ ਸਾਡੇ ਭਾਗਾਂ ਵਿੱਚ ਨਹੀਂ ਆਉਂਦਾ। ਤੇ ਵਾਹਿਗੁਰੂ ਮਿਹਰ ਕਰੇ, ਅਸੀਂ ਉਸ ਪਿਆਰੇ ਪ੍ਰੀਤਮ ਦੇ ਮੇਲ ਲਈ ਇਹ ਅਰਦਾਸ ਕਰੀਏ। ਹੋਂ ਵਾਰੀ ਮੁਖ ਫੇਰ ਪਿਆਰੇ, ਕਰਵੜ ਦੇ ਕੋ ਕਾਹੇ ਕੋ ਮਾਰੇ। ਅਤੇ ਅਰਦਾਸ ਕਰੀਏ, ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ, ਹੋਂ ਤਿਸ ਪੈ ਆਪ ਵਿਚਾਈ, ਦਰਸ਼ਨ ਹਰ ਦੇਖਣ ਕਹਿ ਤਾਈ, ਕਿਰਪਾ ਕਰੈ ਤਾਂ ਸਤਿਗੁਰੂ ਮੇਲੈ, ਹਰ ਹਰ ਨਾਮ ਤੇ ਆਈ। ਸਤਿਗੁਰੂ ਕਿਰਪਾ ਕਰੇ, ਪ੍ਰਮਾਤਮਾ ਦੇ ਨਾਮ ਨੂੰ, ਗੁਰੂ ਦੇ ਉਪਦੇਸ਼ ਨੂੰ, ਸਤਿਗੁਰੂ ਦੇ ਸ਼ਬਦ ਨੂੰ ਆਪਣੇ ਜੀਵਨ ਵਿੱਚ ਸਮਝ ਕੇ ਪੜ੍ਹਦੇ ਜਾਈਏ ਅਤੇ ਉਸ ਅਨੁਸਾਰ ਆਪਣੇ ਜੀਵਨ ਦੀ ਘਾੜਤ ਕਰੀਏ। ਇੱਕ ਦਿਨ ਇੱਕ ਸਮਾਂ ਆਏਗਾ ਜਦੋਂ ਪ੍ਰਮਾਤਮਾ ਦਾ ਸਾਡੇ ਜੀਵ ਆਤਮਾ ਦਾ ਮੇਲ ਹੋ ਜਾਵੇਗਾ। ਇਹ ਲੋਕ ਵੀ ਸੁਹੇਲੇ, ਪਰਲੋਕ ਵੀ ਸੁਹੇਲੇ ਹੋ ਜਾਣਗੇ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣਾ। ਸਤਿਗੁਰੂ ਜੀ ਦੇ ਅੱਗੇ ਅਰਦਾਸ ਕਰੀਏ, ਸਤਿਗੁਰੂ ਸਾਨੂੰ ਸਭ ਨੂੰ ਇਸ ਪਾਵਨ ਸ਼ਬਦ ਦੇ ਉਪਦੇਸ਼ਾਂ ਰਾਹੀਂ ਅਸੀਂ ਜੀਵ ਇਸਤਰੀਆਂ ਬਣ ਸਕੀਏ। ਪ੍ਰਮਾਤਮਾ ਪਤੀ ਹੈ, ਕਿਉਂਕਿ ਦੁਨੀਆ ਦੇ ਅੰਦਰ ਉਹ ਇੱਕੋ ਇੱਕ ਮਾਲਕ ਹੈ ਜੋ ਪੁਰਖ ਹੈ। ਨਾਨਕ ਪੁਰਖ ਏਕ ਹੈ, ਉਹ ਸਗਲੀ ਨਾਰ ਸਭਾਈ। ਅਸੀਂ ਸਾਰੀਆਂ ਜੀਵ ਇਸਤਰੀਆਂ ਨਾਰਾਂ ਹਾਂ ਅਤੇ ਉਸ ਪ੍ਰਮਾਤਮਾ ਨੂੰ ਖੁਸ਼ ਕਰਨ ਵਾਸਤੇ, ਉਸ ਪ੍ਰਮਾਤਮਾ ਨਾਲ ਸੰਗਤ ਬਣਾਉਣ ਵਾਸਤੇ ਉਸ ਦੇ ਗੁਣਾਂ ਨੂੰ ਧਾਰਨ ਕਰ ਸਕੀਏ, ਗੁਰੂ ਦੇ ਉਪਦੇਸ਼ਾਂ ਨੂੰ ਕਮਾ ਸਕੀਏ, ਤਾਂ ਕਿ ਅਸੀਂ ਵੀ ਉਸ ਮਾਲਕ ਦੀ, ਉਸ ਵੱਡੇ ਰਾਮ ਦੀ ਇੱਕ ਛੋਟੀ ਜਿਹੀ ਜਿੰਦ, ਇੱਕ ਵਹੁਟੀ ਬਣ ਕੇ ਉਹਦਾ ਆਨੰਦ ਮਾਣ ਸਕੀਏ ਅਤੇ ਜੀਵਨ ਵਿੱਚ ਸੁਰਖਰੂ ਹੋ ਸਕੀਏ। ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ। ਹੋਈਆਂ ਭੁੱਲਾਂ ਦੀ ਖਿਮਾ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।